ਸਾਹਿਬ ਜੀ। मैं ताण दीवान तू है मेरे स्वामी, मैं तुझे आगे अरदास, मैं होर थाऊं नाही जिस पह करो बिनती, मेरा दुख सुख तुझ ही पास। होवै सिफत खसम दी, नूर अर्शों कुरसों चटिया, तुद डिठे सच्चे पातशाह, मल जन्म जन्म दी कटिया, डंडौत बंधन अनक बार, सर्ब कला समरथ, डोलन ते राखो प्रभु, नानक दे कर हथ। सतनाम वाहिगुरु साहिब जीओ। सारंग महला पंजवा। मैला हर के नाम बिन जियो, तिन प्रभ साचै आप भुलाया, बिखै ठगौरी पियो रहाऊ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੇ ਸਤਸੰਗੀ ਜਨੋ, ਆਪ ਬਖਸ਼ੋ ਅਸੀਸ ਜਿਨ੍ਹਾਂ ਗੁਰਦਰਬਾਰ ਵਿੱਚ ਮੌਜੂਦ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ, ਸਤਿਗੁਰੂ ਜੀ ਦੇ ਬਾਣੀ ਦੀ ਵਿਚਾਰ ਔਰ ਇਸ ਬਾਣੀ ਦੀ ਵਿਚਾਰ ਰਾਹੀਂ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਉਹਦੇ ਅਗਮੀ ਨਾਮ ਦੇ ਵਿੱਚ ਮਨ ਜੋੜਨ ਦਾ ਯਤਨ ਕਰੀਏ, ਕਿਉਂਕਿ ਇੱਕੋ ਇੱਕ ਜ਼ਰੀਆ ਹੈ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਲ ਕਲਯੁਗ ਦੇ ਵਿੱਚ ਜੁੜਨ ਦਾ। ਉਹ ਹੈ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਸ ਬਾਣੀ ਰਾਹੀਂ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ 'ਚ ਇਸਤਿਕਬਾਲ ਹੋਈਏ। ਇਸੀ ਬਾਣੀ ਰਾਹੀਂ ਇਹ ਅਰਦਾਸ ਕਰੀਏ, ਪਿਛਲੇ ਅਵਗੁਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਇਹੀ ਅਰਦਾਸ ਕਰੀਏ, ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਸਾਡੇ ਵਰਗੇ ਕਮੀਨ ਕਮੰਤਰੀਨ ਤੇ ਮਹਾ ਕੰਜੂਸ ਪਾਪੀਆਂ ਦੇ ਉੱਤੇ ਸੱਚੇ ਪਾਤਸ਼ਾਹ ਤੁਸੀਂ ਮਿਹਰ ਕਰੋ। ਆਪ ਜਿੰਨੇ ਇੱਥੇ ਮੌਜੂਦ ਹੋ, ਜਿੰਨੇ ਆਪ ਘਰ ਬੈਠੇ ਸਰਵਣ ਕਰ ਰਹੇ ਹੋ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੰਗ ਮਹੱਲਾ ਪੰਜਵਾਂ। ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ। ਮੈਲਾ ਹਰ ਕੇ ਨਾਮ ਬਿਨ ਜੀਓ, ਨਾਮ ਤੋਂ ਬਿਨਾ ਜਿੰਦ ਮੈਲੀ ਹੈ। ਜਿਸ ਤਰ੍ਹਾਂ ਇੱਕ ਕੱਪੜੇ ਉੱਤੇ ਦਾਗ ਲੱਗ ਜੇ ਅਤੇ ਉਹ ਫਿਰ ਕੱਪੜਾ ਚੰਗੀ ਥਾਂ ਪਾਉਣ ਜੋਗਾ ਨਹੀਂ ਰਹਿੰਦਾ। ਇਸੀ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਪਾਪਾਂ ਦੀ ਮਲ ਸਾਡੇ ਮਨ ਦੇ ਉੱਤੇ ਲੱਗੀ ਹੈ, ਉਹ ਮਨ ਫਿਰ ਦੁਨੀਆ ਨੂੰ ਦਿਖਾਉਣ ਜੋਗਾ ਨਹੀਂ ਹੈ। ਉਹ ਸੱਚੀ ਮੁੱਚੀ ਪ੍ਰਗਟ ਪਹਾਰੇ ਜਾਪਦਾ ਵਾਲਾ ਨਹੀਂ ਹੈ। ਉਸ ਮਨ ਨੂੰ ਧੋਣ ਵਾਸਤੇ ਮਹਾਰਾਜ ਕਹਿੰਦੇ ਆ ਕਿ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਸੰਗਤ ਚਾਹੀਦੀ। ਅਤੇ ਅਸੀਂ ਰੋਜ਼ ਪੜ੍ਹਦੇ ਹਾਂ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਆ ਮਤ, ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਨਾਮ ਦਾ ਰੰਗ ਚੜ੍ਹ ਜੇ ਤਾਂ ਇਹ ਬਿਰਲੀ ਅਵਸਥਾ ਹੈ। ਥੋੜ੍ਹਾ ਜਿਹਾ ਮੈਂ ਬੇਨਤੀ ਕਰਦਾ, ਅੱਜ ਦੇ ਜਿੰਨੇ ਕੁ ਸ਼ਬਦ ਨੇ ਨਾ, ਅੱਜ ਦੇ ਸ਼ਬਦਾਂ ਦੀ ਲੜੀ ਦੇ ਵਿੱਚ ਧੰਨ ਗੁਰੂ ਅਰਜੁਨ ਸਾਹਿਬ ਬਾਰੰਬਾਰ ਕਹਿ ਰਿਹਾ ਕਿ ਭਲਿਓ ਥੋੜ੍ਹਾ ਚਿਰ ਸਮਾਂ ਕੱਢ ਕੇ ਸਹਿਜ ਅਵਸਥਾ ਦੀ ਪ੍ਰਾਪਤੀ, ਟਿਕਾ ਮਨ ਦਾ ਟਿਕਣਾ। ਕਿਉਂਕਿ ਪਿਛਲਾ ਸ਼ਬਦ ਵੀ ਇਸੀ ਲੜੀ ਦਾ ਸੀ। ਕਿਉਂਕਿ ਆਤੁਰ ਨਾਮ ਬਿਨ ਸੰਸਾਰ, ਕੱਲ ਪੜ੍ਹ ਕੇ ਆਇਆ ਕਿ ਨਾਮ ਤੋਂ ਬਿਨਾਂ ਸਾਰਾ ਸੰਸਾਰ ਆਤੁਰ ਹੈ। ਆਤੁਰ ਮਤਲਬ ਅਸੀਂ ਹਲਕੂ ਹਲਕੂ ਕਰਦੇ ਹਾਂ, ਇੱਕ ਸਵਾਨ ਦੋਏ ਸਵਾਨੀ ਨਾਲ। ਸਾਡੇ ਅੰਦਰ ਸਹਿਜ ਸੰਤੋਖ ਇਹ ਥੋੜ੍ਹਾ ਥੋੜ੍ਹਾ ਵਸਣਾ ਸ਼ੁਰੂ ਹੋਏਗਾ ਜਦ ਅਸੀਂ ਘੜੀ ਦੋ ਘੜੀ ਚੌਕੜਾ ਲਾ ਕੇ ਗੁਰੂ ਗੁਰੂ ਜਪਾਂਗੇ। ਕਦੀ ਉਹਨੂੰ ਆਵਾਜ਼ ਮਾਰਾਂਗੇ, ਕਦੀ ਆਪਣੇ ਮਨ ਨੂੰ ਪੜਚੋਲਾਂਗੇ, ਕਦੀ ਆਪਣੇ ਨਾਲ ਗੱਲ ਕਰਨ ਦਾ ਯਤਨ ਕਰਾਂਗੇ। ਇਹ ਸੰਸਾਰ ਦੇ ਵਿੱਚ ਸਾਡੇ ਆਉਣ ਦਾ ਮਨੋਰਥ, ਕਿਉਂਕਿ ਸਰੀਰ ਸਿਰਫ ਇਹ ਫੂਕ ਹੀ ਆ, ਬਸ ਹਵਾ ਹੀ ਹੈ, ਹੋਰ ਕੁਛ ਨਹੀਂ ਹੈ। ਇਹ ਭੁਲੇਖਾ ਅਸੀਂ ਲਈ ਫਿਰਦੇ ਹਾਂ।
ਪਰ ਜੀਵਨ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਜੇ ਗੁਣ ਵਸ ਜਾਣ ਫਿਰ ਇਸ ਮਿੱਟੀ ਦੀ ਵੀ ਕੀਮਤ ਪੈ ਜਾਂਦੀ ਹੈ, ਫਿਰ ਇਹ ਮਿੱਟੀ ਵੀ ਪ੍ਰਵਾਨ ਹੋ ਜਾਂਦੀ ਹੈ। ਅਤੇ ਨਾਮ ਜੇ ਨਹੀਂ ਹੈ ਫਿਰ ਮਹਾਰਾਜ ਕਹਿੰਦੇ ਇਹ ਮੈਲਾ ਹੈ ਤਨ ਵੀ ਅਤੇ ਮਨ ਵੀ। ਤਿੰਨ ਪ੍ਰਭ ਸੱਚ ਹੈ ਆਪ ਭੁਲਾਇਆ, ਭੁਲਾਉਣ ਵਾਲਾ ਉਹ ਪ੍ਰਭੂ ਹੈ। ਬਿਖੈ ਠਗੋਰੀ ਪੀਓ। ਜੇ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ ਰਸ ਨਹੀਂ ਪੀਣਾ ਜਾਣਦੇ ਫਿਰ ਆਪਣੇ ਯਤਨ ਨਾਲ ਪੀ ਵੀ ਨਹੀਂ ਸਕਦੇ, ਕਿਉਂਕਿ ਭੁਲਾਉਣ ਵਾਲੇ ਤੇ ਪ੍ਰਭੂ ਹੈ। ਸਾਨੂੰ ਜੇ ਵਿਖੇ ਰਸ, ਇੱਥੇ ਵਿਖਿਆ ਰਸ ਦਾ ਮਤਲਬ ਹੈ ਨਿੰਦਾ, ਚੁਗਲੀ, ਦੁਐਸ਼, ਤਾਤ ਪਰਾਈ, ਮਾੜਾ ਬੋਲਣਾ, ਦੂਜਿਆਂ ਨੂੰ ਵਾਰੀ ਵਾਰੀ ਜਾਜੀ ਕਰੀ ਜਾਣਾ, ਦੂਜਿਆਂ ਨੂੰ ਉਪਦੇਸ਼ ਪਰ ਆਪਣਾ ਜੀਵਨ ਨਹੀਂ। ਇਹਨੂੰ ਮਹਾਰਾਜ ਕਹਿੰਦੇ ਵਿਖੈ ਠਗੌਰੀ। ਠਗੌਰੀ ਕਹਿੰਦੇ ਹੈ ਮਾਇਆ ਦਾ ਰਸ। ਇਹੀ ਪੀਣਾ ਰੱਬ ਨੇ ਲਾਇਆ ਅਤੇ ਫਿਰ ਅਸੀਂ ਇਸੀ ਜੋਗੀ ਹਾਂ। ਨਾਮ ਨਹੀਂ ਜਪ ਸਕਦੇ ਜੀ ਰਾਹੋ। ਕੋਟ ਜਨਮ ਭ੍ਰਮ ਤਉ ਬਹੁ ਭਾਂਤੀ, ਥਿਤ ਨਹੀਂ ਕਤਹੂ ਪਾਈ। ਪੂਰਾ ਸਤਿਗੁਰ ਸਹਿਜ ਨਾ ਭੇਟਿਆ, ਸਾਖਤ ਆਵੈ ਜਾਈ। ਇਸ ਤੋਂ ਪਹਿਲਾਂ ਕਈ ਜਨਮ ਅਸੀਂ ਇਸ ਤਰ੍ਹਾਂ ਹੀ ਆਤੁਰ ਹੋ ਕੇ ਧੱਕੇ ਖਾ ਰਹੇ ਹਾਂ। ਕੋਟ ਕਰੋੜਾਂ ਹੀ ਕੋਟ ਜਨਮ ਭ੍ਰਮਤਾਓ। ਭ੍ਰਮਤੋ ਤੇ ਭ੍ਰਮਤਾਓ, ਤੋ ਤੇ ਤਾਓ, ਉਹ ਤੇ ਔ ਦਾ ਭੇਤ ਜਾਣ ਲਿਓ। ਇਸ ਕਰਕੇ ਇਹਦਾ ਉਚਾਰਨ ਭ੍ਰਮਤਾਓ ਹੋਣਾ। ਬਹੁ ਭਾਂਤੀ, ਬੜੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਇੱਥੋਂ ਤੱਕ ਮਹਾਰਾਜ ਜੀ ਕਹਿੰਦੇ ਮਨ ਖੁਤਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਮਨ ਉਦਮਾਦਾ ਭਾਵ ਕਿ ਤਰਫੱਲੀ ਮਚਾਈ ਫਿਰਦਾ, ਜਿਵੇਂ ਖੋਤਾ ਹੁੰਦਾ ਨਾ ਦੁਲੱਤੀਆਂ ਹੀ ਮਾਰੀ ਫਿਰਦਾ ਜੇ ਉਹਦੇ ਉੱਤੇ ਵਜਨ ਨਾ ਹੋਏ। ਬਸ ਮਨ ਦਾ ਇਹ ਹਾਲ ਹੈ। ਮਹਾਰਾਜ ਜੀ ਕਹਿੰਦੇ ਕੋਟ ਜਨਮ ਭ੍ਰਮ ਤੋਂ ਬਹੁ ਭਾਂਤੀ, ਥਿਤ ਨਹੀਂ ਕਥੂ ਪਾਈ। ਥਿਤ ਦਾ ਮਤਲਬ ਹੈ ਕਿ ਟਿਕਾਣਾ, ਆਸਰਾ। ਇੱਕ ਅੰਦਰ ਦੀ ਇਹ ਘੜੀ ਦੋ ਘੜੀ ਕਿ ਸ਼ਾਂਤ ਮਨ ਹੋਇਆ ਕਦੀ ਨਹੀਂ ਹੋਇਆ। ਸਵੇਰੇ ਦਿਨੇ ਵੀ ਸਾਰਾ ਦਿਨ ਐਵੇਂ ਅਤੇ ਰਾਤੀ ਵੀ ਬੇਚੈਨ ਹੀ। ਪੂਰਾ ਸਤਿਗੁਰ ਸਹਿਜ ਨਾ ਭੇਟਿਆ। ਇੱਥੇ ਗੁਰੂ ਸਾਹਿਬ ਬਸ ਸਾਨੂੰ ਤਾਕੀਦ ਕਰਦੇ ਹੈ ਕਿ ਥੋੜ੍ਹਾ ਚਿਰ ਅਸੀਂ ਸਹਿਜ ਬੈਠੀਏ, ਥੋੜ੍ਹਾ ਸਮਾਂ ਅਸੀਂ ਆਪਣੇ ਆਪ ਨੂੰ ਜ਼ਰੂਰ ਦੇਈਏ ਜੀਵਨ ਵਿੱਚ, ਨਹੀਂ ਤਾਂ ਇਹ ਸਮਾਂ ਬਤੀਤ ਹੋ ਜਾਣਾ ਫਿਰ ਪਛਤਾਉਣਾ ਪੱਲੇ ਪੈਂਦਾ ਹੈ। ਥੋੜ੍ਹਾ ਸਮਾਂ ਮਹਾਰਾਜ ਕਹਿੰਦੇ ਪੂਰੇ ਸਤਿਗੁਰ ਦੇ ਨਾਲ ਅਸੀਂ ਸਹਿਜ ਰੂਪ ਦੇ ਵਿੱਚ ਬੈਠ ਕੇ ਟਿਕਾ ਦੇ ਵਿੱਚ ਕਦੀ ਭਾਵੇਂ ਬਾਣੀ ਰੂਪ ਬੈਠੀਏ, ਬਾਣੀ ਪੜ੍ਹਨ ਤੋਂ ਬਾਅਦ ਗੁਰੂ ਜਪੀਏ, ਭਾਵੇਂ ਮੂਲ ਮੰਤਰ ਜਪੀਏ, ਉਸ ਤੋਂ ਬਾਅਦ ਇਕਾਂਤ ਜ਼ਰੂਰ ਬੈਠੀਏ। ਦਾਸ ਨੇ ਬੇਨਤੀ ਕੀਤੀ ਸੀ ਕਿ ਜੇਤੇ ਸਾਸ ਹੈ ਲੇਤੇ, ਭਾਵ ਆਪਣੀ ਬਰੀਦਿੰਗ 'ਤੇ ਹੀ ਧਿਆਨ ਰੱਖ ਲਈਏ। ਸਭ ਤੋਂ ਸੌਖਾ ਤਰੀਕਾ ਹੈ ਖਿਆਲਾਂ ਤੋਂ ਬਚਣ ਦਾ, ਕਿ ਆਪਣੇ ਸਾਹਾਂ ਨੂੰ ਹੀ ਵੇਖਣ ਲੱਗ ਜਾਈਏ। ਸਾਹ ਅੰਦਰ ਜਾਏ ਵਾਹੇ ਕਹੀਏ, ਬਾਹਰ ਆਏ ਗੁਰੂ ਅੰਦਰ ਹੀ ਚਲੇ। ਇਹ ਕਿਉਂਕਿ ਇਹ ਚਾਰ ਅਵਸਥਾਵਾਂ ਨੇ, ਕਿਉਂਕਿ ਇਹ ਬੈਖਰੀ ਹੈ, ਮੱਧਮ ਹੈ, ਪਰਾ ਹੈ, ਬਸੰਤੀ ਹੈ। ਇਹ ਚਾਰ ਤਰੀਕਿਆਂ ਦੇ ਨਾਲ ਸਿਮਰਨ ਹੁੰਦਾ ਹੈ। ਇੱਕ ਤਾਂ ਜ਼ੁਬਾਨ ਨਾਲ ਬੋਲਿਆ ਜਾਂਦਾ, ਪਰ ਮਹਾਰਾਜ ਇੱਥੇ ਕਹਿੰਦੇ ਥੋੜ੍ਹਾ ਟਿਕ ਕੇ ਅੰਦਰ ਬੈਠ ਕੇ ਵੀ ਸ਼ਾਂਤ ਵੀ ਬੈਠੀਏ ਆਪਣੇ ਨਾਲ। ਜਦ ਕੁਛ ਨਾ ਕਰ ਰਹੀ ਹੋਈਏ, ਕਿ ਕੁਛ ਨਾ ਕਰਨਾ ਮਹਾਰਾਜ ਕਹਿੰਦੇ ਸਭ ਕੁਛ ਹੈ ਸਾਡੇ ਜੀਵਨ ਲਈ, ਕਿ ਵੈਨ ਵੀ ਆਰ ਡੂਇੰਗ ਨਥਿੰਗ ਦਿਸ ਇਜ਼ ਦ ਬੈਸਟ ਟਾਈਮ ਫੋਰ ਅਸ। ਇਹ ਸਮਾਂ ਸਾਡੇ ਜੀਵਨ 'ਚ ਹੋਣਾ ਚਾਹੀਦਾ, ਨਥਿੰਗਨੈਸ ਵਾਲਾ, ਕਿ ਕੁਛ ਨਹੀਂ, ਇਹ ਸਹਿਜ ਹੈ। ਥੋੜ੍ਹਾ ਸਮਾਂ ਇਹ ਵੀ ਹੋਏ ਪੂਰਾ ਸਤਿਗੁਰ ਸਹਿਜ ਨਾ ਭੇਟਿਆ, ਸਾਕਤ ਆਵੈ ਜਾਈ। ਸਾਕਤ ਦੀ ਤਰ੍ਹਾਂ ਫਿਰ ਸਾਡਾ ਜੀਵਨ ਆ ਰਿਹਾ। ਅਸੀਂ ਜੰਮਦੇ ਹਾਂ, ਮਰਦੇ ਹਾਂ, ਜਮ ਮਰੈ ਫਿਰ ਜੰਮੈ, ਬਹੁਤ ਸਜ਼ਾਏ ਪਿਆ ਦੇਸ ਲੰਮੈ। ਤੇ ਚਲੰਤ ਹੀ ਹੈ ਫਿਰ ਕੰਮ। ਪਰ ਮਹਾਰਾਜ ਕਹਿੰਦੇ ਸਾਡੇ ਜੀਵਨ 'ਚ ਫਿਰ ਟਿਕਾਓ ਨਹੀਂ ਹੈ ਜੀ। ਰਾਖ ਲੇਹੁ ਪ੍ਰਭ ਸਮ੍ਰਿਥ ਦਾਤੇ, ਜਪੋ ਜੀ। ਤੁਮ ਪ੍ਰਭ ਅਗਮ ਅਪਾਰ, ਨਾਨਕ ਦਾਸ ਤੇਰੀ ਸ਼ਰਣਾਈ, ਭਵ ਜਲ ਉਤਰਿਓ ਪਾਰ। ਰਾਖ ਲਿਓ ਹਮ ਤੇ ਬਿਗੜੀ, ਸਾਡੇ ਵਿਗੜਿਆ ਹੋਇਆਂ ਨੂੰ ਪ੍ਰਭੂ ਜੀ ਤੁਸੀਂ ਰੱਖ ਸਕਦੇ ਹੋ, ਹੋਰ ਸਾਨੂੰ ਕੋਈ ਕਾਬੂ ਨਹੀਂ ਕਰ ਸਕਦਾ। ਇਹ ਸਾਡੇ ਵਿਕਾਰ, ਸਾਡੇ ਪਾਪ, ਸਾਨੂੰ ਤੁਸੀਂ ਰੱਖ ਸਕਦੇ ਹੋ। ਰਾਖ ਲਿਓ ਪ੍ਰਭ ਸਮ੍ਰਿਥ ਦਾਤੇ, ਸਮ੍ਰਿਥ ਹੀ ਪੜ੍ਹਿਓ, ਤੁਸੀਂ ਸਮਰੱਥ ਹੋ, ਸਾਰੀ ਤਾਕਤਾਂ ਦੇ ਮਾਲਕ ਹੋ। ਤੁਮ ਪ੍ਰਭ ਅਗਮ ਅਪਾਰ, ਕਿਉਂਕਿ ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰਜਾਮੀ। ਸਭ ਕੁਛ ਜਾਣਨ ਵਾਲੇ ਤੁਸੀਂ ਹੋ। ਨਾਨਕ ਦਾਸ ਤੇਰੀ ਸ਼ਰਨਾਈ, ਭਵਜਲ ਉਤਰਿਓ ਪਾਰ। ਇਹ ਦੁੱਖਾਂ ਦਾ ਭਵਜਲ, ਇਹ ਵਿਕਾਰਾਂ ਦਾ ਭਵਜਲ, ਇਹ ਗੁਰੂ ਕਾ ਸ਼ਬਦ ਹੀ ਪਾਰ ਕਰਾ ਸਕਦਾ। ਪਰ ਇਹ ਸ਼ਬਦ ਦੀ ਪ੍ਰਾਪਤੀ ਗੁਰ ਪ੍ਰਸਾਦ ਤੋਂ ਬਿਨਾ ਨਹੀਂ ਹੈ। ਗੁਰੂ ਕਿਰਪਾ ਕਰੇ ਤੇ ਦਾਤ ਮਿਲਦੀ ਹੈ ਜੀ। ਸਾਰੰਗ ਮਹਿਲਾ ਪੰਜਵਾ, ਜਪੋ ਜੀ। ਰਮਣ ਕਉ ਰਾਮ ਕੇ ਗੁਣ ਬਾਦ,
ਸਾਧ ਸੰਗ ਧਿਆਈਐ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਹਾਉ। ਰਮਣ ਕੋ ਰਾਮ ਕੇ ਗੁਣਬਾਦ। ਕੱਲਾ ਜ਼ੁਬਾਨ ਲਈ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਬਾਤਾਂ ਨਹੀਂ ਹੈਗੀਆਂ। ਮਹਾਰਾਜ ਕਹਿੰਦੇ ਜ਼ੁਬਾਨ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਵੀ ਚੰਗਾ ਹੈ, ਇਹ ਵੀ ਕਰੀਏ। ਜਦ ਗੱਲਾਂ ਕਰ ਕਰਕੇ ਮੰਨ ਕੇ ਨਾ ਬਹੁਤ ਗੱਲਾਂ ਹੋ ਗਈਆਂ, ਫਿਰ ਥੋੜ੍ਹਾ ਚਿਰ ਵਾਹਿਗੁਰੂ ਵਾਹਿਗੁਰੂ ਵੀ ਜਪ ਲਈਏ, ਥੋੜ੍ਹਾ ਚਿਰ ਫਿਰ ਧੰਨ ਗੁਰੂ ਰਾਮਦਾਸ ਵੀ ਕਹਿ ਲਈਏ, ਥੋੜ੍ਹਾ ਚਿਰ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਬਾਤਾਂ ਕਰ ਲਈਏ, ਕੋਈ ਸਾਖੀਆਂ, ਕੋਈ ਮਨ ਦੇ ਅੰਦਰ। ਹੈਵ ਵੀ ਐਵਰ ਇਮੈਜਿਨ ਦ ਸਮਾਈਲ ਆਫ ਗੁਰੂ ਗੋਬਿੰਦ ਸਿੰਘ ਜੀ? ਕਦੀ ਅਸੀਂ ਬੈਠ ਕੇ ਇਹ ਵੀ ਇਮੈਜਿਨ ਕਰੀਏ, ਕਦੀ ਮਹਾਰਾਜ ਜੀ ਦਾ ਪਾਉਂਟਾ ਸਾਹਿਬ ਦੀ ਧਰਤੀ 'ਤੇ ਬਹਿਣਾ, 52 ਨਾਲ ਕਵੀ ਬੈਠੇ ਨੇ, ਕਲ ਕਲ ਕਰਦੀ ਜਮਨਾ ਵੀ ਸ਼ਾਂਤ ਹੋ ਕੇ ਸੁਣਦੀ ਹੈ, ਮਹਾਰਾਜ ਦੇ ਦੀਦਾਰ ਕਰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਜਾਂਦਾ ਹੈ ਨਾ, ਸਭ ਤੋਂ ਪਹਿਲਾਂ ਉਹ ਜਾਂਦਾ ਪਟਨਾ ਦੀ ਧਰਤੀ 'ਤੇ। ਕਹਿੰਦੇ ਗੰਗਾ ਤੂੰ ਬਾਲ ਗੋਬਿੰਦ ਰਾਏ ਦੇ ਦਰਸ਼ਨ ਕੀਤੇ ਨੇ, ਦੱਸ ਖਾਂ ਮੈਨੂੰ ਕਿਹੋ ਜਿਹੇ ਸਨ। ਜਦੋਂ ਪੰਡਿਤ ਜੀ ਦੇ ਪਿੱਛੋਂ ਆ ਕੇ ਝਾਤ ਕਰਦੇ ਸੀ ਤੇ ਕਿਹੋ ਜਿਹਾ ਉਹਨਾਂ ਦੇ ਮਨ 'ਚ ਖਹਿੜਾ ਹੁੰਦਾ ਸੀ। ਜਦ ਇੱਥੇ ਹੀ ਗਲੀਆਂ ਵਿੱਚ ਭਾਈ ਸੰਗਤ ਸਿੰਘ ਨਾਲ ਖੇਡਦੇ ਸਨ, ਤੂੰ ਦੱਸ ਦੇ ਮੈਨੂੰ ਕਿਹੋ ਜਿਹਾ, ਮੈਂ ਚਿੱਤਰ ਬਣਾਵਾਂ ਕਿ ਮੇਰੇ ਗੋਬਿੰਦ ਰਾਏ ਕਿਹੋ ਜਿਹੇ ਨੇ। ਗੰਗਾ ਨਹੀਂ ਬੋਲੀ ਕੁਛ। ਫਿਰ ਚਲੇ ਗਏ ਸਤਲੁਜ ਦੇ ਕੰਢੇ, ਜਿੱਥੇ ਸਰਸਾ ਦਾ ਵਿਛੋੜਾ ਪਿਆ। ਉਹ ਕਹਿੰਦੇ ਤੂੰ ਤਾਂ ਇੱਕ ਲੈਣੀ ਸਭ ਕੁਝ ਖਾ ਗਈ ਹੈ, ਚਲ ਤੂੰ ਦੱਸ ਦੇ, ਜਦ ਸਤਿਗੁਰ ਸਭ ਕੁਝ ਤੈਨੂੰ ਦੇ ਰਿਹਾ ਸੀ ਤਾਂ ਵੀ ਉਸ ਸਤਿਗੁਰ ਦੇ ਚਿਹਰੇ 'ਚ ਖੇੜਾ ਹੀ ਹੋਏਗਾ, ਖੁਸ਼ੀਆਂ ਹੀ ਹੋਣਗੀਆਂ, ਸਹਿਜ ਹੀ ਹੋਏਗਾ, ਤੂੰ ਹੀ ਦੱਸ ਦੇ। ਤਾਂ ਵੀ ਨਹੀਂ ਬੋਲੀ। ਫਿਰ ਪੌਂਟਾ ਸਾਹਿਬ ਗਿਆ ਪ੍ਰੋਫੈਸਰ ਪੂਰਨ ਸਿੰਘ, ਕਹਿੰਦਾ ਮੈਂ ਉੱਥੇ ਬੈਠਾ। ਫਿਰ ਮੈਂ ਉਹਨੂੰ ਕਿਹਾ ਤੂੰ ਤੇ 52 ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕੀਤੇ ਹੈ, ਤੂੰ ਸੁਣਿਆ 16,000 ਵਾਰੀ ਗੁਰੂ ਗੋਬਿੰਦ ਸਿੰਘ ਜੀ, ਜ਼ਮੀ ਤੂੰ ਹੀ, ਜ਼ਮਾ ਤੂੰ ਹੀ, ਅਮੀ ਤੂੰ ਹੀ, ਅਮਾ ਤੂੰ ਹੀ, ਮਕੀ ਤੂੰ ਹੀ, ਮਕਾ ਤੂੰ। ਆਹ ਅਸੀਂ ਟੁੱਟ ਗਏ ਹਾਂ ਬਸ। ਇਹ ਸਾਡਾ ਰਾਬਤਾ ਟੁੱਟ ਗਿਆ ਕੁਦਰਤ ਨਾਲ, ਗੁਰੂ ਨਾਲ। ਗੁਰੂ ਦੀਆਂ ਸਾਡੇ ਜੀਵਨ ਦੇ ਵਿੱਚ ਅਹਿਮੀਅਤ ਜਿਹੜੀ ਪ੍ਰਾਇਓਰਿਟੀ ਸੀ ਉਹ ਖਤਮ ਹੋ ਗਈ ਹੈ। ਅਸੀਂ ਭੱਜ ਨੱਸ ਦੇ ਵਿੱਚ ਸਭ ਕੁਝ ਪਿੱਛੇ ਛੱਡ ਆਏ ਹਾਂ, ਸਾਡੇ ਗੁਣ। ਅਤੇ ਉਹ ਵੀ ਨਹੀਂ ਬੋਲੀ। ਫਿਰ ਜਮਨਾ ਵੀ। ਫਿਰ ਹਜ਼ੂਰ ਸਾਹਿਬ ਚਲੇ ਗਏ। ਕਹਿੰਦੇ ਦੁਨੀਆ ਦੇ ਲੋਕ ਦੁੱਧ ਪੁੱਤ ਤੇਰੇ ਤੋਂ ਨਦੀਆਂ ਤੋਂ ਆ ਕੇ ਮੰਗਦੇ, ਗੋਦਾਵਰੀ ਗੰਗਾ ਕੋਲ ਮੰਗਦੇ, ਅਤੇ ਗੰਗਾ ਵਿੱਚ ਗੁਰੂ ਕੰਗਣ ਸੁੱਟ ਕੇ ਆਏ ਅਤੇ ਤੇਰੇ ਵਿੱਚ ਤੇ ਮਹਿੰਗੇ ਮਹਿੰਗੇ ਨਗ ਸੁੱਟੇ ਬੇਸ਼ਕੀਮਤੀ। ਤੂੰ ਖਾਂ ਦੱਸ ਦੇ ਮਹਾਰਾਜ ਦੇ ਚਿਹਰੇ 'ਚ ਕਿਹੋ ਜਿਹਾ ਖੇੜਾ ਸੀ ਜਦ ਸਭ ਕੁਝ ਵਾਰ ਕੇ ਹਜ਼ੂਰ ਸਾਹਿਬ ਇੱਥੇ ਇਸ ਧਰਤੀ 'ਤੇ ਆ ਕੇ ਬੈਠੇ ਸਨ, ਜਦ ਕੁਛ ਵੀ ਨਹੀਂ ਸੀ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਜ਼, ਸਭ ਕੁਛ ਵਾਰ ਆਏ ਸੀ। ਉਸ ਵੇਲੇ ਕਿਹੋ ਜਿਹਾ ਖੇੜਾ ਸੀ। ਜਦ ਬਹਾਦਰ ਸ਼ਾਹ ਪੁੱਛਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿ ਧਰਮ ਤੁਮਾਰਾ ਅੱਛਾ ਜਾਂ ਹਮਾਰਾ ਅੱਛਾ, ਹਿੰਦੂ ਅੱਛਾ ਜਾਂ ਮੁਸਲਮਾਨ ਅੱਛਾ, ਜਾਂ इसमें से सिख अच्छा, कौन, या सिख अच्छे ਜਾਂ मुसलमान? महाराज जी कहते तुमको तुम्हारा मुबारक, हमको हमारा मुबारक, कि तू पक्का मुसलमान हो जा तो असी पक्के सिख हो जाइए, ताइयों ये जीवन मुबारक है। ਇਹ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਅੱਜ ਬਸ ਤਕੀਦ ਸਾਰੇ ਸ਼ਬਦਾਂ 'ਚ ਇਹੀ ਹੈ। ਮਹਾਰਾਜ ਕਹਿੰਦੇ ਘੜੀ ਦੋ ਘੜੀ ਸਾਹ ਭਰੋ, ਬਹੁਤ ਭੱਜ ਲਿਆ, ਇਨਹੇਲ ਕਰੋ ਡੀਪ ਬਰੀਦਿੰਗ, ਥੋੜ੍ਹਾ ਸਾਹ ਭਰ ਕੇ ਗੁਰੂ ਬਾਰੇ ਸੋਚੀਏ, ਆਪਣੇ ਜੀਵਨ ਬਾਰੇ ਸੋਚੀਏ। ਬਹੁਤ ਕੁਛ ਲੰਘ ਆਏ ਹਾਂ ਦਿਨ, ਬਹੁਤ ਸਾਰੇ ਲੰਘਦੇ ਜਾ ਰਹੇ ਨੇ ਦਿਨ, ਤੇ ਪਹਿਰ ਪਹਿਰ ਤੇ ਘਰੀਆਂ ਔਦ ਕਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਆਹ ਬਿਦ ਹੈ ਹੁਣ। ਮਹਾਰਾਜ ਜੀ ਕਹਿੰਦੇ ਰਮਣ ਕੋ ਰਾਮ ਕੇ ਗੁਣਬਾਦ, ਜ਼ੁਬਾਨ ਨਾਲ ਹੁਣ ਅਤੇ ਸੁਰਤ ਨਾਲ ਰਮਣੰਗ ਹੁੰਦਾ, ਰਮਣ, ਅਤੇ ਜ਼ੁਬਾਨ ਨਾਲ ਬੋਲਿਆ ਜਾਂਦਾ। ਬਾਦ ਮਤਲਬ ਬੋਲਣਾ। ਸੁਰਤ ਟਿਕਾਓ ਅਤੇ ਉਸ ਪ੍ਰਭੂ ਦਾ ਨਾਮ ਜਪੋ ਥੋੜ੍ਹਾ ਜਿਹਾ। ਸਾਧ ਸੰਗਤ ਧਿਆਈਐ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ। ਇਹ ਸਹਿਜ ਵਾਲਾ ਕਦੀ ਸਵਾਦ ਲੈ ਕੇ ਦੇਖੀਏ। ਸਬਰ ਵਾਲਾ ਭੱਜ ਕੇ ਤਾਂ ਬਹੁਤ ਸਵਾਦ ਲੈ ਲੇ, ਹੁਣ ਇੱਕ ਸਹਿਜ ਵਾਲਾ ਵੀ ਸਵਾਦ ਲਈਏ। ਇਹਦਾ ਇਹ ਮਤਲਬ ਨਹੀਂ ਗੁਰੂ ਸਾਹਿਬ ਕਹਿੰਦੇ ਸਾਰੇ ਜੋਗੀ ਬਣ ਜਾਈਏ, ਕਿਰਤ ਵਿਹਾਰ ਕਾਜ ਸਾਰੀ ਕਰਨੀ ਹੈ, ਪਰ ਗੁਰੂ ਨੇ ਕਹਿ ਤਾ ਘੱਟੋ ਘੱਟ ਸੰਗਤ 'ਚ ਬੈਠੇ ਹਾਂ, ਪਾਰ ਬ੍ਰਹਮ ਪਰਮੇਸ਼ਵਰ ਨੂੰ ਧਿਆਉਣ ਲੱਗਿਆ ਹੀ ਇਹ ਨਾਮ ਬਾਣੀ ਦਾ, ਇਹ ਗੁਰੂ ਦੇ ਅੰਮ੍ਰਿਤ ਦਾ ਸਵਾਦ ਲਈਏ। ਰਹਾਉ ਸਿਮਰਤ ਏਕ ਅਛੁਤ ਅਬਿਨਾਸੀ, ਬਿਨ ਸੇ ਮਾਇਆ ਮਾਦ, ਸਹਿਜ ਆਨੰਦ ਅਨਹਦ ਧੁਨ ਬਾਣੀ, ਬਹੁਰ ਨਾ ਪਏ ਵਿਖਾਦ। ਅਚੁੱਤ ਇਸ ਧਰਤੀ 'ਤੇ ਸਿਰਫ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੈ, ਉਹਦਾ ਨਾਮ ਹੈ। ਕੱਲ੍ਹ ਵੀ ਕਿਹਾ ਸੀ ਇਹਦਾ ਮਤਲਬ ਹੁੰਦਾ ਅਡੋਲ, ਜਿਹੜਾ ਡੋਲਦਾ ਨਹੀਂ ਹੈ। ਬਾਕੀ ਜਿੰਨੇ ਕੁ ਸਵਾਦ ਨੇ, ਮਾਇਆ ਦੇ ਮਦ ਨਸ਼ੇ ਨੇ, ਇਹ ਸਭ ਘਟਦੇ ਜਾ ਰਹੇ ਨੇ। ਸਭ ਕੁਛ, ਸੂਰਜ ਘਟ ਰਿਹਾ, ਚੰਦਰਮਾ ਘਟ ਰਿਹਾ, ਇਹ ਘਟਨ ਦੀ ਪੰਗ, ਸਾਸੰਗ, ਸਾਰੇ ਸਾਡੇ ਸਵਾਦ, ਸਾਡਾ ਤਨ ਦਾ ਬਲ, ਸਭ ਕੁਛ ਘਟ ਰਿਹਾ, ਚਲੰਤ ਹੈ ਸਭ ਕੁਛ।
ਪਰ ਇੱਕ ਪਾਰਬ੍ਰਹਮ ਪਰਮੇਸ਼ਵਰ ਦਾ ਨਾਮ ਅਚੁੱਤ ਹੈ, ਅਡੋਲ ਹੈ, ਸਦਾ ਰਹਿਣ ਵਾਲਾ ਹੈ। ਉਹਨੂੰ ਧਿਆਉਣ ਨਾਲ ਹੀ ਇਹ ਬਾਕੀ ਪਸਾਰੇ ਮਾਇਆ ਦੇ ਮਾਦ ਨਸ਼ੇ ਇਹ ਘਟਣਗੇ ਮਨ ਦੇ ਉੱਤੇ, ਜਿਹੜਾ ਵਿਕਾਰਾਂ ਦਾ ਬਹੁਤ ਰੌਲਾ ਰੱਪਾ ਪਿਆ ਹੋਇਆ। ਸਹਿਜ ਆਨੰਦ ਅਨਹਦ ਧੁਨ ਬਾਣੀ, ਆਹਾ ਇਹ ਸਿਖਰ ਹੈ ਇਹਨਾਂ ਤੁਕਾਂ ਦਾ, ਇਹਨਾਂ ਸ਼ਬਦਾਂ ਦਾ। ਇਹ ਜਿਹੜਾ ਸਹਿਜ ਹੈ ਨਾ ਜੀਵਨ ਦਾ, ਇਹ ਆਨੰਦ ਦੇ ਵਿੱਚੋਂ ਪੈਦਾ ਹੋਣਾ ਹੈ। ਅਤੇ ਇਹਦੇ ਵਿੱਚੋਂ ਸ਼ਬਦ ਜਿਹਨੂੰ ਅਨਹਦ ਧੁਨ ਬਾਣੀ ਵੀ ਕਿਹਾ ਹੈ, ਸ਼ਬਦ ਇਕੱਲੀ ਬਾਣੀ ਨਹੀਂ, ਇੱਕ ਸ਼ਬਦ ਉਹ ਵੀ ਹੈ ਜਿਹੜਾ ਪਾਰਬ੍ਰਹਮ ਪਰਮੇਸ਼ਵਰ ਦਾ ਸਭ ਦੇ ਅੰਦਰ ਗੱਜ ਰਿਹਾ। ਉਹ ਅਨਹਦ ਬਾਣੀ ਦੇ ਨਾਲ ਮਹਾਰਾਜ ਕਹਿੰਦੇ ਕੋਈ ਵਿਰਲਾ ਜੁੜਦਾ। ਬਹੁਰ ਨਾ ਭਏ ਬਿਖਾਦ, ਬਿਖਾਦ ਕਹਿੰਦੇ ਬਖੇੜੇ। ਮਨ ਜਿੰਨੇ ਬਖੇੜੇ ਪਾਉਂਦਾ ਸਾਰੇ ਬਖੇੜੇ ਉਸ ਦਿਨ ਖਤਮ ਹੋ ਜਾਂਦੇ ਹੈ ਜਦ ਸਹਿਜ ਰੂਪ ਨਾਲ ਗੁਰੂ ਕਾ ਸਿੱਖ ਸ਼ਬਦ ਨਾਲ, ਬਾਣੀ ਨਾਲ, ਇਕਾਂਤ ਸਿਮਰਨ ਨਾਲ, ਅਨਹਦ ਧੁਨੀ ਨਾਲ ਜੁੜਦਾ ਹੈ ਜੀ। ਸਨਕਾਦਿਕ ਬ੍ਰਹਮਾਦਿਕ ਗਾਵਤ, ਗਾਵਤ ਸੁਖ ਪ੍ਰਹਿਲਾਦ, ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਬਿਸਮਾਦ। ਇਹ ਸਾਰੇ ਚਾਰ ਪੁੱਤਰ ਨੇ, ਸਨਕ, ਸਨੰਦਨ, ਸਨਕਨਾਦ, ਇਹ ਸਾਰੇ ਬ੍ਰਹਮਾ ਜੀ ਦੇ ਪੁੱਤਰ ਨੇ। ਸਨਕ ਆਦਿਕ ਕਿਹਾ ਇਹਨੂੰ, ਸਨਕਾਦਿਕ, ਬ੍ਰਹਮਾਦਿਕ, ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀ। ਗਾਵਤ ਗਾਵਿਆ, ਗਾਵਤ ਸੁਖ ਪ੍ਰਹਿਲਾਦ, ਸ਼ੁਕ ਜੀ ਦਾ ਬਹੁਤ ਵਾਰੀ ਜ਼ਿਕਰ ਹੋ ਚੁੱਕਾ ਹੈ। ਬਿਆਸ ਰਿਸ਼ੀ ਦੇ ਹੀ ਤੋਂ ਪੈਦਾ ਹੋਇਆ ਉਹਦਾ ਪੁੱਤਰ, ਪਰ ਉਹਦੀ ਮਾਂ ਤੋਤਾ ਬਣ ਗਈ, ਤੋਤੀ ਬਣ ਗਈ, ਅਤੇ ਕਿ ਮੇਰੇ ਉੱਤੇ ਵਿਕਾਰ ਨਾ ਪੈ ਜਾਣ, ਅਤੇ ਉਹਦਾ ਨਾਮ ਫਿਰ ਸ਼ੁਕ ਹੀ ਰੱਖਿਆ ਗਿਆ, ਜਿਹੜੀ ਲੱਕੜ ਨੂੰ ਲਗੜ ਕੇ ਪੈਦਾ ਹੋਇਆ। ਇਹ ਸਾਰੀ ਭਗਵਤ ਪੁਰਾਣ ਦੀਆਂ ਮਿਥਿਹਾਸਕ ਘਟਨਾ ਵਿੱਚੋਂ ਹੈ। ਪਰ ਉਹ ਖੈਰ ਉਹਦਾ ਨਾਮ ਇਸ ਲਈ ਆਇਆ ਕਿਉਂਕਿ ਰਾਜਾ ਜਨਕ ਦਾ ਇਹ ਸ਼ਿਸ਼ਯ ਬਣਿਆ। ਇਹਨੇ ਵਿਦਿਆ ਰਾਜਾ ਜਨਕ ਕੋਲੋਂ ਹਾਸਲ ਕੀਤੀ, ਔਰ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਹ ਵੀ ਜ਼ਿਕਰ ਆਇਆ ਕਿ ਉਹਦੇ ਕਿਲੇ ਨੂੰ ਅੱਗ ਵੀ ਲੱਗ ਗਈ। ਇਹ ਇਮਤਿਹਾਨ ਲੈਣ ਆਇਆ ਸੀ ਰਾਜਾ ਜਨਕ ਦਾ, ਸਭ ਕੁਝ ਅੱਗ ਲੱਗ ਗਈ, ਪਰ ਰਾਜਾ ਜਨਕ ਫਿਰ ਵੀ ਅਡੋਲ ਬੈਠਾ ਰਿਹਾ। ਸਭ ਕੁਝ ਖਤਮ, ਭਾਵ ਕਿ ਇਹ ਚਲੋ ਹੁਣ ਸਮਾਂ ਨਹੀਂ ਹੈ ਸਾਖੀ ਵੱਲ, ਅੱਗੇ ਹੋਰ ਵੀ ਬਚਨ ਆਉਣਗੇ। ਹਜੇ ਫੁਨਹੇ ਹੈ, ਗਾਥਾ ਹੈ, ਸੰਸਕ੍ਰਿਤੀ ਦੇ ਵਿੱਚ ਇਹਨਾਂ ਦਾ ਜ਼ਿਕਰ ਹੈ, ਉਸ ਵੇਲੇ ਥੋੜ੍ਹਾ ਵਿਸਥਾਰ ਕਰਾਂਗੇ। ਸਤਿਗੁਰੂ ਜੀ ਕਹਿੰਦੇ ਇਹਨਾਂ ਨੇ ਧਿਆਇਆ, ਪ੍ਰਹਿਲਾਦ ਵਰਗਿਆਂ ਨੇ ਧਿਆਇਆ, ਅਤੇ ਉਹ ਵੀ ਪਾਰ ਉਤਰੇ। ਪਵਿੱਤ ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਬਿਸਮਾਦ। ਇਹ ਵਾਲਾ ਅਮਿਓ ਇਹ ਰਸ ਹੈ ਜਿਹੜਾ ਅਮਿਓ ਕਿਹਾ, ਅਮਿਓ ਦਿਸ਼ਟ ਸ਼ੁਭ ਕਰੈ ਹਰੈ ਅਕ ਪਾਪ ਸਗਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਇਹ ਬਾਣੀ ਸੰਗਤ ਦਾ ਅੰਮ੍ਰਿਤ, ਇਸ ਅਮਿਓ ਨੂੰ ਪੀਣ ਦੇ ਨਾਲ, ਅਮਿਓ ਮਤਲਬ ਅੰਮ੍ਰਿਤ ਦੇ ਪੀਣ ਨਾਲ ਮਨੋਹਰ, ਮਨ ਦੇ ਅੰਦਰ ਬੜਾ ਖਹਿੜਾ ਮਨ ਮੋਹਨ ਮਿਲਦਾ ਹੈ, ਖੁਸ਼ੀ ਮਿਲਦੀ ਹੈ। ਅਤੇ ਨਾਨਕ ਹਰ ਬਿਸਮਾਦ, ਵਾਹ 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 ਵਾਹ, ਤੂੰ ਹੀ ਜ਼ੁਬਾਨ ਤੋਂ, ਮਨ ਤੋਂ, ਰੋਮ ਰੋਮ ਤੋਂ ਸਿੱਖ ਉਚਾਰਦਾ ਹੈ ਜੀ। ਸਾਰੰਗ ਮਹਿਲਾ ਪੰਜਵਾ, ਕੀਨਹਿ ਪਾਪ ਕੇ ਬਹੁ ਕੋਟ, ਦਿਨ ਸਰੈਣੀ ਥਕਤ ਨਾਹੀ, ਕਤਹਿ ਨਾਹੀ ਛੋਟ ਰਹਾਉ। ਅੱਛਾ, ਇਹਨਾਂ ਤੁਕਾਂ ਦਾ ਰਹਾਉ ਸਿਰਫ ਸ਼ਬਦਾਂ ਦੀ ਤੁਕ 'ਤੇ ਰੁਕਣ ਦਾ ਨਹੀਂ ਹੁੰਦਾ, ਸੈਂਟਰਲ ਆਈਡੀਆ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆਓ ਸਿੱਖੋ, ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਥੋੜ੍ਹਾ ਰਹਾਉ ਦਿਓ, ਕਿ ਜ਼ਿੰਦਗੀ ਨੂੰ ਵੀ ਥੋੜ੍ਹਾ ਰਹਾਉ ਦਾ ਮਤਲਬ ਠਹਿਰਾਓ ਦਈਏ ਆਪਣੀ ਜ਼ਿੰਦਗੀ ਨੂੰ। ਇਕੱਲਾ ਰਹਾਉ ਬਾਹਰ ਦੇ ਸ਼ਬਦ ਦਾ ਨਹੀਂ ਹੈ ਕਿ ਬਾਹਰ ਰਹਾਉ ਪੜ੍ਹ ਲਿਆ ਅਤੇ ਇੱਥੇ ਸ਼ਬਦ ਦੇ ਸਾਰੀ ਸੈਂਟਰਲ ਆਈਡੀਆ ਜਾਂ ਐਮਫੈਸਿਸ ਕੀਤਾ ਇਸ ਤੁਕ 'ਤੇ। ਮਹਾਰਾਜ ਕਹਿੰਦੇ ਜੀਵਨ 'ਚ ਵੀ ਥੋੜ੍ਹਾ ਰਹਾਉ ਲੈ ਕੇ ਆਈਏ, ਠਹਿਰਾਓ ਲੈ ਕੇ ਆਈਏ, ਸਬਰ ਲੈ ਕੇ ਆਈਏ। ਜਿੰਨੀ ਭੱਜ ਨੱਠ ਕਰ ਰਹੇ ਹਾਂ ਸਾਰੀ, ਸਾਨੂੰ ਪਤਾ ਹੀ ਨਹੀਂ ਇੰਨੀ ਗਾਫਲਤਾ ਦੇ ਵਿੱਚ ਕਿੰਨੇ ਕੁ ਅਸੀਂ ਪਾਪ ਕਰੀ ਜਾਂਦੇ ਹਾਂ। ਕਦੀ ਉਹ ਦੇਖਿਆ ਹੀ ਨਹੀਂ, ਬੰਦੇ ਖੋਜ ਦਿਲ ਹਰ ਰੋਜ਼ ਨਾ, ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। बेद कतेब इफ्तरा भाई दिल का फिक्र ना जाए, टुक दम करारी जो करो हाज़र हजूर खुदा। एकदम रहाओ लैके आइए अपने जीवन च, एकदम ठहराओ लैके जाइए। सारंग महला पंजवां, कीने पाप के बहु कोट, कहते किले किले बना लिया पाप कर करके, कन्ना दियाँ कंधां उसार लियां पापां दियां, अपने रस्ते दे विच आप रुकावटां बना लियां ने। दिनस रैणी थकत ना ही कथै ना ही छोट, थकदे नहीं असी दिन रात भज भज के, माड़ा सोचण तो तन फिर सौ जांदा है, मन फिर अंदर गुंजलां गुंजी जांदा है माड़े दियां पाप दियां। महाराज कहते थकदा ही नहीं ये शरीर ना ये मन, कहते फिर अंदर कहते कित्थे जाके इहदा छुटकारा नहीं है। इनू क्या कतै ना ही छोट,
ਆਪਣੇ ਯਤਨ ਨਾਲ ਇਹ ਮਨ ਪਾਪ ਛੱਡਦਾ ਹੀ ਨਹੀਂ ਹੈ ਜੀ। ਰਹਾਓ। महाबजर बिख ब्याधी सिर उठाई पोट उघर गईयां खिनह भीतर जमह ग्रासे चोट। ਤੇ ਮਹਾਰਾਜ ਕਹਿੰਦੇ ਹੁਣ ਸਬਰ ਕਰਕੇ ਇਹ ਉਚਾਰ ਲਈਏ, ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹਾਥ ਬਿਕਾਨੋ। ਵਿਕੇ ਹੋਏ ਹਾਂ ਅਸੀਂ ਕਿ ਉਹ ਜਿਵੇਂ ਨਚਾਰੀ ਹੈ ਦੁਨੀਆ ਦੀ, ਸਾਰੀ ਦੁਨੀਆ ਹੀ ਨੱਚੀ ਜਾਂਦੀ ਹੈ ਪਾਪਾਂ 'ਚ, ਅਸੀਂ ਵੀ ਪਾਪਾਂ 'ਚ ਨੱਚੀ ਜਾ ਰਹੇ ਹਾਂ। ਤੁਮ ਕਈਅਤ ਹੋ ਜਗਤ ਗੁਰ ਸੁਆਮੀ, ਹਮ ਕਈਅਤ ਕਲ ਯੁਗ ਕੇ ਕਾਮੀ। ਸਾਡਾ ਹਾਲ ਕਾਮਨਾਵਾਂ 'ਚ ਭਰਿਆ ਹੋਇਆ ਤੇ ਤੁਸੀਂ ਜਗਤ ਨੂੰ ਪਾਰ ਉਤਾਰਨ ਵਾਲੇ ਹੋ। ਸਾਹਿਬ ਜੀ ਕਹਿੰਦੇ ਸਾਡਾ ਹਾਲ ਇਹ ਹੈ, ਭੱਜ ਭੱਜ ਕੇ ਅਸੀਂ ਕਿਸ ਤਰ੍ਹਾਂ ਕਿਸ ਨਿਆਈ ਭੱਜੇ ਹੋਏ ਹਾਂ ਕਿ ਮਹਾਬਜਰ ਬਿਖ ਬਿਆਦੀ ਸਿਰ ਉਠਾਈ ਪੋਟ। ਮਹਾਬਜਰ ਦਾ ਮਤਲਬ ਬੱਜਰ ਪਾਪ ਕਹਿੰਦੇ, ਵੱਡੇ ਸਖਤ ਤੋਂ ਸਖਤ ਪਾਪ ਕਰਕੇ ਅਸੀਂ ਬੇਪਰਵਾਹੀ ਹੋਏ ਹਾਂ, ਕੁਛ ਨਹੀਂ ਹੁੰਦਾ। ਪਰ ਮਹਾਰਾਜ ਕਹਿੰਦੇ ਕਿੱਥੇ ਭੱਜ ਜਾਵਾਂਗੇ, ਕਿੱਥੇ ਚਲੇ ਜਾਵਾਂਗੇ, ਕਿਧਰ। ਇਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ, ਕਹਾਂ ਜਾਏ ਭਾਜ ਰੇ, ਕਿੱਥੇ ਭੱਜ ਜਾਏਗਾ ਕਿ ਕਿਧਰ ਕਿਧਰ ਖੇੜਾ ਛੁੱਟ ਜਾਏਗਾ ਦੁਨੀਆ ਦਾ, ਸਭ ਕੁਛ ਇੱਥੇ ਹੀ ਹੈ। ਇਸ ਕਰਕੇ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਹੇ ਇਹ ਕਰ ਕਰੈ ਸੋ ਇਹ ਕਰ ਪਾਵੈ। ਬਸ ਇਹ ਕਰ ਕਰੈ ਸੋ ਇਹ ਕਰ ਪਾਵੈ ਦਾ ਸੱਚ ਹੈ। ਇੱਥੇ ਕੀਤਾ ਤੇ ਇੱਥੇ ਹੀ ਪਾਉਣਾ। ਇਸ ਕਰਕੇ ਮਹਾਰਾਜ ਕਹਿੰਦੇ ਮਹਾਬਜਰ ਬਿਖ ਬਿਆਦੀ। ਜ਼ਹਿਰ ਦੇ ਵਿੱਚ ਬਿਆਦੀ ਦਾ ਮਤਲਬ ਰੋਗ, ਤਿੰਨ ਰੋਗ ਨੇ, ਆਦ ਬਿਆਦ ਤੇ ਉਪਾਦ। ਉਪਾਦ ਬਿਆਦ ਦਾ ਰੋਗ ਕਹਿੰਦੇ ਤਨ ਨੂੰ ਚਿੰਬੜੇ ਹੋਏ ਨੇ ਜ਼ਹਿਰ। ਸਿਰ ਉਠਾਈ ਪੋਟ ਕਹਿੰਦੇ ਲੋਕਾਂ ਦੀ ਨਿੰਦਾ ਚੁੰਗਲੀਆਂ ਦੀਆਂ ਪੰਨਾਂ ਚੱਕੀਆਂ ਹੋਈਆਂ, ਗਫਲਤ ਦੀਆਂ, ਦੁਸ਼ਮਣੀਆਂ ਦੀਆਂ। ਉਹ ਤੋਂ ਵੀ ਬਦਲਾ ਲੈਣਾ, ਉਹਨੂੰ ਵੀ ਦੱਸਣਾ। ਉਹਨੇ ਇਹ ਕਿਹਾ ਸੀ, ਐਂ ਚੱਕੀ ਫਿਰਦੇ ਆ ਦੂਸਰਿਆਂ ਦਾ ਬਾਹਰ, ਬੋਝ ਚੱਕਿਆ ਹੋਇਆ ਸਿਰ 'ਤੇ। ਇਹ ਪੋਟਲੀ ਨਾਲ ਕਿਥੇ ਅਸੀਂ ਪ੍ਰੀਤਮ ਦੇ ਦੇਸ਼ ਥੋੜ੍ਹੀ ਪਹੁੰਚ ਸਕਦੇ ਹਾਂ। ਉਗਰ ਗਈਆਂ ਖਿਨੈ ਭੀਤਰ ਜਮਹਿ ਗਰਾਸੇ ਝੋਟ। ਝੋਟ ਕਹਿੰਦੇ ਝਾਟਾ ਵਾਲਾਂ ਤੋਂ ਜਿਸ ਦਿਨ ਜਮ ਨੇ ਖਿੱਚ ਲਿਆ, ਮਹਾਰਾਜ ਕਹਿੰਦੇ ਸਾਰਾ ਕੁਝ ਇੱਥੇ ਖੱਲਰ ਜਾਣਾ। ਰੱਬ ਨੇ ਇੱਕੋ ਇੱਕ ਬਸ ਕਲਾ ਵਰਤਾਉਣੀ ਹੈ, ਸਾਰੇ ਪਾਪ ਦੁਨੀਆ ਦੇ ਸਾਹਮਣੇ ਆ ਜਾਂਦੇ ਹੈ ਜੀ। ਪਸ਼ ਪ੍ਰੇਤ ਉਸ਼ਟ ਗਰਦਭ ਅਨਕ ਜੋਨੀ ਲੇਟ ਭਜ ਸਾਧ ਸੰਗ ਗੋਬਿੰਦ ਨਾਨਕ ਕਛ ਨ ਲਾਗੈ ਫੇਟ। ਪਸ਼ ਪ੍ਰੇਤ ਉਸ਼ਟ ਗਰਦਬ, ਪਸ਼ੂ ਪ੍ਰੇਤ ਵਾਲੀ ਬਿਰਤੀ ਸਾਡੀ। ਉਸ਼ਟ ਕਹਿੰਦੇ ਊਠ, ਗਰਦਬ ਕਹਿੰਦੇ ਗਧਾ। ਇਹ ਸਾਰੀਆਂ ਜੋਨਾਂ ਅਸੀਂ ਜਿਉਂਦੇ ਜੀ। ਗਧਾ ਇਸ ਲਈ ਕਿਹਾ ਐਵੇਂ ਭਾਰ ਚੱਕਿਆ ਹੋਇਆ, ਗਧਾ ਭਾਰ ਹੀ ਚੱਕੀ ਫਿਰਦਾ ਸਾਰੀ ਉਮਰ। ਮਹਾਰਾਜ ਕਹਿੰਦੇ ਅਸੀਂ ਭਾਰ ਹੀ ਚੱਕੀ ਫਿਰਦੇ ਹਾਂ। ਅੱਛਾ, ਫਿਰ ਊਠ ਇਸ ਲਈ ਕਿਹਾ ਸਾਨੂੰ ਉਸ਼ਟ, ਬੋਤਾ ਮੂੰਹ ਚੱਕ ਕੇ ਬਸ ਤੁਰੇ ਹੀ ਹੈ, ਬਸ ਕਿੱਥੇ ਜਾਣਾ ਕੁਝ ਨਹੀਂ ਪਤਾ, ਬਸ ਜ਼ਿੰਦਗੀ ਜੀ ਰਹੇ ਹਾਂ। ਬਸ ਜੋ ਦੁਨੀਆ ਕਰ ਰਹੀ ਹੈ ਤੁਰੀ ਹੋਏ ਹਾਂ ਬੋਤੇ ਦੀ ਤਰ੍ਹਾਂ, ਬੋਤੇ ਪਿੱਛੇ ਬੋਤਾ ਤੁਰਿਆ ਹੋਇਆ। ਮਨ ਕਰਹਲਾ ਆਖਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿ ਮਾਰਵਾੜ ਜੈਸੇ ਨੀਰ ਬਾਰਹਾ ਬੇਲ ਬਾਰਹਾ ਕਰਹਲਾ। ਕਹਿੰਦੇ ਬਸ ਪਿਆਸ ਹੈ ਉਹਨੂੰ ਕਿ ਬੇਲ ਮਿਲ ਜਾਏਗੀ। ਮਹਾਰਾਜ ਕਹਿੰਦੇ ਮਰੂਥਲ ਦੇ ਵਿੱਚ ਕਿਹੜੀਆਂ ਬੇਲਾਂ, ਕਿਹੜਾ ਲਾ ਕੇ ਗਿਆ ਤੇਰਾ ਪੜਦਾਦਾ ਦਾਦਾ, ਕੋਈ ਕਿਹੜਾ ਊਠ ਤੇ ਬੀਜ ਬੋ ਕੇ ਗਿਆ ਤੈਨੂੰ ਮਰੂਥਲ ਤੇ ਬੇਲ। ਅਸੀਂ ਇਸ ਮਰੂਥਲ ਦੇ ਵਿੱਚ ਬਾਹਰੋਂ ਸੁੱਖ ਲੱਭੀ ਫਿਰਦੇ ਹਾਂ ਕਿ ਖਰੇ ਸਾਨੂੰ ਬਾਹਰੋਂ ਸੁੱਖ ਦੀ ਬੇਲ ਮਿਲ ਜਾਏਗੀ। ਮਹਾਰਾਜ ਕਹਿੰਦੇ ਸੁੱਖ ਤੇ ਅੰਦਰ ਮਿਲਣਾ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਹੈ ਗੁਰਮੰਤਰ ਹਿਣਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ ਕੂਕਰ ਹੈ ਸੂਕਰ ਹੈ ਗਰਦਬ ਹੈ ਕਾਕ ਹੈ ਸਰਪ ਹੈ। ਸਭ ਕੁਛ ਸਰਪ ਨ ਹੈ ਤੁਲਖਲ ਹੈ। ਇਹ ਚਾਰਾਂ ਪੰਜਾਂ ਦੇ ਬਰਾਬਰ ਅਸੀਂ ਹੈ ਮਨੁੱਖ, ਪਰ ਕਰਤੂਤ ਸਾਡੀ ਮਹਾਰਾਜ ਜੀ ਕਹਿੰਦੇ ਆ ਪਸ਼ੂਆਂ ਵਾਲੀ। ਪਸ਼ ਪ੍ਰੇਤ। ਅੱਛਾ, ਪ੍ਰੇਤ ਨੂੰ ਵੀ ਜੋਨੀ ਆਖਿਆ ਬਾਣੀ ਦੇ ਵਿੱਚ, ਇੱਕ ਵਾਰੀ ਨਹੀਂ ਕਈ ਵਾਰੀ। ਪ੍ਰੇਤ ਵੀ ਇੱਕ ਜੋਨ ਹੀ ਹੈ 84 ਲੱਖ ਜੋਨਾਂ ਵਿੱਚੋਂ। ਜਾਂ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਅੰਤਕਾਲ ਜੋ ਲక్ష్ਮੀ ਸਿਮਰੈ ਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ। ਜਾਂ ਅਸੀਂ ਕਿ ਅੰਤਕਾਲ ਜੋ ਮੰਦਿਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਔਲਤਰੈ। ਉਹ ਜੋਨ ਪ੍ਰੇਤਾਂ ਦੀ ਵੀ ਹੈ। ਇਸ ਕਰਕੇ ਪਸ਼ ਪ੍ਰੇਤ ਉਸ਼ਟ ਗਰਦਬ ਅਨਕ ਜੋਨੀ ਲੇਟ। ਲੇਟ ਮਤਲਬ ਐਂ ਬਸ ਧੱਕੇ ਖਾਂਦੇ ਹਾਂ, ਖੁਆਰ ਹੁੰਦੇ ਹਾਂ, ਲਿਫਦੇ ਫਿਰਦੇ ਹਾਂ। ਭਜ ਸਾਧ ਸੰਗ ਗੋਬਿੰਦ ਨਾਨਕ ਕਛ ਨਾ ਲਾਗੇ ਫੇਟ। ਕੋਈ ਸੱਟ ਨਹੀਂ ਲੱਗੇਗੀ, ਕੋਈ ਦੁੱਖ ਨਹੀਂ ਲੱਗੇਗਾ, ਕੁਝ ਨਹੀਂ ਵਿਗੜਨਾ ਸਾਡਾ 24 ਘੰਟਿਆਂ 'ਚੋਂ ਜੇ 15 ਮਿੰਟ ਸੰਗਤ 'ਚ ਆ ਕੇ ਬਹਿ ਜਾਈਏ। ਮਹਾਰਾਜ ਕਹਿੰਦੇ ਇੱਥੇ ਬੈਠਿਆਂ ਸਵਰੇਗਾ, ਕੋਈ ਸਮੇਂ ਦੀ ਬਰਬਾਦੀ ਨਹੀਂ ਹੋਣੀ। ਇਸ ਕਰਕੇ ਸੰਗਤ 'ਚ ਬੈਠਿਆਂ ਮਹਾਰਾਜ ਕਹਿੰਦੇ ਇਹਨਾਂ ਦੁੱਖਾਂ ਦੀ ਇਸ ਪਸ਼ੂ ਬਿਰਤੀ ਤੋਂ ਖਹਿੜਾ ਛੁੱਟੇਗਾ ਜੀ। ਸਾਰੰਗ ਮਹਿਲਾ ਪੰਜਵਾ ਅੰਧੇ ਖਾਵਹਿ ਬਿਸ਼ੂ ਕੇ ਗਟਾਕ
ਨੈਣ ਸ਼ਰਵਣ ਸਰੀਰ ਸਭ ਹੁਟਿਓ ਸਾਸ ਗਇਓ ਤਤ ਘਾਟ ਰਹਾਉ। ਸਾਹਿਬ ਜੀ ਕਹਿੰਦੇ ਇਕੱਲਾ ਜ਼ਹਿਰ ਖਾਣ ਵਾਸਤੇ ਨਹੀਂ ਆਏ ਹਾਂ, ਅੰਮ੍ਰਿਤ ਵਾਸਤੇ ਵੀ ਆਏ ਹਾਂ। ਅਸੀਂ ਅੰਮ੍ਰਿਤ ਦੇ ਵਪਾਰੀ ਬਣੀਏ। ਜ਼ਹਿਰ ਬਹੁਤ ਅਸੀਂ ਇਕੱਠਾ ਕਰ ਲਿਆ ਜੀਵਨ ਦੇ ਵਿੱਚ, ਬਹੁਤ ਕੁਝ ਅਸੀਂ ਬੁੜਾ ਪਾਪ ਗਫਲਤ ਹੀ ਕੀਤੀ ਹੈ। ਸਾਰੰਗ ਮਹੱਲਾ ਪੰਜਵਾਂ 105ਵਾਂ ਸ਼ਬਦ ਹੈ। ਬਹੁਤ ਲੰਬੀ ਲੜੀ ਹੈ ਸਾਰੰਗ ਰਾਗ ਦੇ ਸ਼ਬਦਾਂ ਦੀ ਮਹਾਰਾਜ ਜੀ ਦੀ। ਇਹ ਮਾਲਾ ਹੀ ਪਰੋਈ ਹੈ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ। 105ਵਾਂ ਸ਼ਬਦ ਚੱਲ ਰਿਹਾ। ਅੰਧੇ ਖਾਵੇਂ ਬਿਸੂ ਕੇ ਗਟਾਕ, ਗਟਾਕ ਕਹਿੰਦੇ ਗਰਾਈ ਜਿਹਨੂੰ ਗੱਫੇ ਕਹਿੰਦੇ ਆ। ਜ਼ਹਿਰ ਕਹਿੰਦੇ ਘੁੱਟੀ ਭਰੀ ਜਾਂਦੇ ਹਾਂ ਅਸੀਂ ਗਫਲਤ ਦੇ ਵਿੱਚ। ਨੈਣ ਸ਼ਰਵਨ ਸਰੀਰ ਸਭ ਹੁਟਿਓ, ਮਹਾਰਾਜ ਕਹਿੰਦੇ ਸਭ ਘਟਦਾ ਜਾ ਰਿਹਾ। ਅੱਖਾਂ ਦੀ ਰੌਸ਼ਨੀ, ਕੰਨਾਂ ਦਾ ਸੁਣਨਾ, ਸਰੀਰ ਦੀ ਤਾਕਤ, ਸਾਸ ਗਇਓ ਤਤ ਘਾਟ। ਕੋਈ ਅਸੀਂ ਸੋਚਦੇ ਹਾਂ ਜਨਨੀ ਜਨਤ ਸੁਤ ਬੜਾ ਹੋਤਾ ਹੈ, ਵੱਡੇ ਹੋ ਰਹੇ ਹਾਂ, ਪਰ ਨਹੀਂ। ਮਹਾਰਾਜ ਕਹਿੰਦੇ ਇਹ ਘਟਦੇ ਹੀ ਜਾ ਰਿਹਾ ਜੀਵਨ, ਸਾਸ ਸਭ ਘਟ ਰਿਹਾ ਹੈ। ਰਹਾਉ ਅਨਾਥ ਰਿਆਣ ਉਦਰ ਲੈ ਭੁਖੈ ਮਾਇਆ ਗਈਆ ਹਾਟ ਕਿਲ ਬਿਖ ਕਰਤ ਕਰਤ ਪਛਤਾਵਹਿ ਕਬਹੂ ਨ ਸਕਹਿ ਛਾਟ। ਅਨਾਥ ਰਿੰਗਾਣ, ਰਿੰਗਾਣ ਕਹਿੰਦੇ ਦੁੱਖ ਦੇਣਾ। ngੰਗਾ ਲਫ਼ਜ਼ ਹੈ ਰਿੰਗਾਣ, ngੰਗਾ ਇਹੀ ਉਚਾਰਨ ਕਰਿਓ ਇਹਦਾ। ਜੇ ਅਸੀਂ ਗਰੀਬਾਂ ਦੇ ਨਾਲ ਧੱਕਾ ਕਰੀਏ, ਮਾਸੂਮ ਦੇ ਨਾਲ ਧੱਕਾ ਕਰੀਏ, ਕਿਹਦੇ ਖਾਤਰ? ਉਧਰਲੇ ਪੋਖਰ, ਆਪਣੇ ਢਿੱਡ ਨੂੰ ਭਰਨ ਲਈ ਜਾਂ ਆਪਣਾ ਭਲਾ ਸੋਚਣ ਲਈ। ਮਹਾਰਾਜ ਕਹਿੰਦੇ ਮਾਇਆ ਗਈਆ ਹਾਟ। ਫਿਰ ਇਹ ਮਾਇਆ ਸਾਨੂੰ ਦੱਸ ਦੇਗੀ ਕਿ ਜੇ ਕਿਸੇ ਦੇ ਧੱਕਾ ਕਰਕੇ ਅਸੀਂ ਲੈ ਕੇ ਆਏ ਹਾਂ ਤਾਂ ਫਿਰ ਇਹ ਸਾਡੇ ਕੰਮ ਨਹੀਂ ਸਵਾਰੇਗੀ। ਇਹ ਫਿਰ ਸਾਨੂੰ ਦੁੱਖ ਦੇਗੀ। ਉਸ ਵੇਲੇ ਜਦ ਲੋੜ ਹੋਏਗੀ ਫਿਰ ਇਹ ਵੀ ਕਹੇਗੀ ਨਹੀਂ ਹੁਣ ਪੈਸਾ ਵੀ ਨਹੀਂ ਚੱਲ ਸਕਦਾ, ਬਸ ਹੁਣ ਪੈਸੇ ਨਾਲ ਵੀ ਨਹੀਂ ਬਚ ਸਕਦੇ। ਕਿਲ ਬਿਖ ਕਰਤ, ਇਹੀ ਸੱਚ ਹੈ ਜੀਵਨ ਦਾ। ਕਿਲ ਬਿਖ ਕਰਤ ਕਰਤ ਪਛਤਾਵੈ ਕਬਹੂ ਨਾ ਸਾਕੈ ਹੈ ਛਾਂਟ। ਛਾਂਟ ਦਾ ਮਤਲਬ ਕਿ ਅਸੀਂ ਬਚ ਨਹੀਂ ਸਕਦੇ, ਦੂਰ ਨਹੀਂ ਹੋ ਸਕਦੇ। ਪਾਪ ਕਰੀ ਜਾ ਰਹੇ ਹਾਂ ਤੇ ਕਰੀ ਜਾ ਰਹੇ ਹਾਂ, ਮਨ ਹਟਦਾ ਨਹੀਂ ਹੈ ਜੇ। ਨਿੰਦਕ ਜਮਦੂਤੀ ਆਏ ਸੰਘਾਰਿਓ ਦੇਵਹਿ ਮੂੰਡ ਉਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨ ਆਪਣਾ ਕੀਨੋ ਫਾਟ। ਨਿੰਦਕ ਜਮਦੂਤੀ ਆਏ ਸੰਘਾਰਿਓ, ਜਮਾਂ ਦੇ ਦੁੱਖ ਸਹਾਰਨੇ ਹੈ। ਕੋਈ ਇਹ ਮਰਨ ਵੇਲੇ ਨਹੀਂ, ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਹੈ। ਨਿੰਦਕ ਦਾ ਹਾਲ ਮਹਾਰਾਜ ਕਹਿੰਦੇ ਮਾੜਾ ਹੀ ਹੈ। ਪਾਪਾਂ ਦਾ ਘੜਾ ਜਿਸ ਦਿਨ ਭਰ ਗਿਆ ਫਿਰ ਮਹਾਰਾਜ ਕਹਿੰਦੇ ਦੇਵਹਿ ਮੂੰਡ ਉੱਪਰ ਮਟਾਕ, ਫਿਰ ਸਜ਼ਾ ਹੀ ਪੈਣੀ ਹੈ। ਮੂੰਹ ਦੇ ਮੂੰਹ ਹੀ ਸੁੱਟਣਾ ਸਾਨੂੰ ਜਮਾਂ ਨੇ। ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟ। ਕਬੀਰ ਸਾਹਿਬ ਇਹੀ ਕਹਿੰਦੇ ਨਾ, ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ। ਕਹਿੰਦੇ ਦੀਨ ਗਵਾ ਲਿਆ ਦੁਨੀਆ ਵਾਸਤੇ। ਦੁਨੀਆ ਦੇ ਵਿੱਚ ਵਾਹ ਵਾਹ ਪਸਾਰਾ ਲੁੱਟਣ ਲਈ ਦੁਨੀਆ ਦੇ ਲੋਕਾਂ ਉੱਤੇ ਧੱਕਾ ਹੀ ਕੀਤਾ ਕਿ ਚਲੋ ਚੰਗਾ ਹੋ ਜੇ, ਸਾਡਾ ਭਰ ਜੇ, ਬਾਕੀ ਕਿਸੇ ਨੂੰ ਕੀ ਪਤਾ ਲੱਗਦਾ। ਦੀਨ ਗਵਾ ਲਿਆ, ਰੱਬ ਦਾ ਭਾਉ ਖਤਮ ਕਰ ਲਿਆ ਦੁਨੀਆ ਕਰਕੇ। ਦੁਨੀ ਨਾ ਚਾਲੀ ਸਾਥ, ਇਹ ਨਾਲ ਨਹੀਂ ਚਲਿਆ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਆਪਣੇ ਹੱਥਾਂ ਨਾਲ ਆਪਣੇ ਪੈਰਾਂ 'ਤੇ ਕੁਹਾੜਾ ਮਾਰਿਆ। ਇਹੀ ਮਹਾਰਾਜ ਕਹਿੰਦੇ ਨਾਨਕ ਆਪਨ ਕਟਾਰੀ ਆਪਸ ਕੋ ਲਾਈ। ਕਟਾਰ ਦੇ ਨਾਲ ਆਪਣੇ ਆਪ ਨੂੰ ਵੱਢਣਾ ਕਿਹੜੀ ਸਿਆਣਪ ਹੁੰਦੀ ਹੈ ਭਾਈ। ਜਾਣ ਬੁੱਝ ਕੇ ਬਾਵਰੇ ਤੈਂ ਕਾਜ ਵਿੱਚ ਵਿਗਾਰਿਓ। ਇਹ ਜਾਣ ਬੁੱਝ ਕੇ ਅਸੀਂ ਆਪਣੇ ਆਪ ਨੂੰ ਵੱਢ ਰਹੇ ਹਾਂ ਪਾਪਾਂ ਰਾਹੀਂ। ਇਸ ਕਰਕੇ ਮਹਾਰਾਜ ਕਹਿੰਦੇ ਬਚੀਏ ਇਸ ਤੋਂ। ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟ। ਆਪਣੇ ਮਨਾਂ ਨੂੰ ਹੀ ਅਸੀਂ ਝੋਰ ਭੋਰ ਕਰ ਛੱਡਿਆ, ਆਪਣੇ ਮਨਾਂ ਨੂੰ ਹੀ ਦੁੱਖਾਂ ਦੇ ਵਿੱਚ ਪਾ ਛੱਡਿਆ। ਤੇ ਫਿਰ ਇਕਾਦੀ ਸਿਆਣਪ ਹੈ ਜੀ। ਸਾਰੰਗ ਮਹਿਲਾ ਪੰਜਵਾਂ ਟੂਟੀ ਨਿੰਦਕ ਕੀ ਅਧ ਬੀਚ ਜਨ ਕਾ ਰਾਖਾ ਆਪ ਸੁਆਮੀ ਬੇਮੁਖ ਕਉ ਆਏ ਪਹੁੰਚੀ ਮੀਚ ਰਹਾਉ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੰਤ ਕੀ ਨਿੰਦਾ ਮਹਾ ਅਤਤਾਈ, ਦੁੱਖ ਦੇਣ ਵਾਲੀ ਭਾਈ। ਜਿਹੜਾ ਸੰਤ ਦਾ ਨਿੰਦਕ ਹੈ ਨਾ ਉਹ ਟਿਕਣ ਨਾ ਪਾਈ, ਕਿਤੇ ਟਿਕ ਨਹੀਂ ਸਕਦਾ। ਗੁਰੂ ਅਰਜਨ ਸਾਹਿਬ ਕਹਿੰਦੇ ਇਸ ਕਰਕੇ ਸੰਤ ਸ਼ਰਨ ਜੋ ਜਨ ਪਰੇ ਸੋਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਹ ਸ਼ਬਦ ਸੰਪਰਦਾਇ ਟੀਕੇ ਵਾਲੇ ਲਿਖਦੇ ਨੇ। ਗੁਰੂ ਨਾਨਕ ਸਾਹਿਬ ਵੱਲੋਂ ਔਰ ਗੁਰੂ ਅਰਜਨ ਸਾਹਿਬ ਜੀ ਵੱਲੋਂ ਪ੍ਰਿਥੀ ਚੰਦ ਦੀ ਕੀਤੀ ਜਾਣ ਵਾਲੀ ਬਖੀਲੀ ਬਾਬਤ ਸਤਿਗੁਰ ਜੀ ਨੇ ਉਚਾਰਿਆ। ਪਰ ਇਹ ਪੂਰਨ ਰੂਪ ਦੇ ਵਿੱਚ ਹੈ, ਇਹਨੂੰ ਜੋ ਰੂਪ ਮਰਜੀ ਸਮਝੀ। ਪਰ ਸੰਪਰਦਾਇ ਵਾਲੇ ਔਰ ਪ੍ਰੋਫੈਸਰ ਸਾਹਿਬ ਸਿੰਘ ਵੀ ਇਸ ਗੱਲ 'ਤੇ ਕਈ ਵਾਰੀ ਗਵਾਹੀ ਭਰਦੇ ਨੇ, ਕਿਉਂਕਿ ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਇਤਿਹਾਸਕ ਵੀ ਹੈਗੇ।
ਭਾਵੇਂ ਉਹ ਗੁਰੂ ਹਰਗੋਬਿੰਦ ਸਾਹਿਬ ਬਾਬਤ ਨੇ, ਭਾਵੇਂ ਉਹਨਾਂ ਦੇ ਜਨਮ ਪ੍ਰਕਾਸ਼ ਵਾਸਤੇ ਨੇ, ਭਾਵੇਂ ਉਹਨਾਂ ਦੇ ਆਈ ਉੱਤੇ ਚੇਚਕ ਹੋਰ ਸੁਲਹੀ ਬਾਬਤ। ਸੋ ਇਹ ਸ਼ਬਦ ਵੀ ਉਸ ਲੜੀ ਦਾ ਮੰਨਿਆ ਗਿਆ। ਸਾਰੰਗ ਮਹੱਲਾ ਪੰਜਵਾਂ। ਪਰ ਇਹ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਨ ਨੇ, ਸਾਰਿਆਂ ਤੇ ਹੀ ਇਸ ਉਪਦੇਸ਼ਕ ਹੈ। ਟੂਟੀ ਨਿੰਦਕ ਕੀ ਅਧ ਬੀਚ, ਆਤਮਿਕ ਜੀਵਨ ਉਹਦਾ ਵਿੱਚੇ ਹੀ ਟੁੱਟ ਜਾਂਦਾ ਹੈ, ਭਾਵ ਉਹ ਸਿਰੇ ਤੱਕ ਨਹੀਂ ਪਹੁੰਚ ਸਕਦਾ। ਨਿੰਦਕ ਕਹੇ ਨਾ ਕਿ ਮੈਂ ਹੁਣ ਚੰਗੇ ਬੰਦੇ ਨੂੰ ਮਾੜਾ ਦਿਖਾਤਾ ਹੈ ਤੇ ਮੈਂ ਹੁਣ ਸਿਰੇ ਤੱਕ ਪਹੁੰਚ ਜਾਵਾਂਗਾ, ਕਿ ਇਵੇਂ ਚਲਦੀ ਰਹੇਗੀ, ਇਵੇਂ ਹੋ ਨਹੀਂ ਸਕਦੀ। ਨਿੰਦਕ ਕੇ ਮੁਖ ਕਾਲੇ ਕੀ ਨੇ, ਇਹ ਸੱਚ ਹੈ। ਮਹਾਰਾਜ ਜੀ ਕਹਿੰਦੇ ਅੱਧ ਵਿੱਚ ਹੀ ਟੁੱਟ ਜਾਂਦੀ ਹੈ। ਜਨ ਕਾ ਰਾਖਾ ਆਪ ਸੁਆਮੀ, ਬੇਮੁਖ ਕਉ ਆਏ ਪਹੁੰਚੀ ਮੀਚ। ਮੀਚ ਕਹਿੰਦੇ ਨੀਂਦ, ਮੌਤ। ਬੇਮੁਖਾਂ ਨੂੰ ਆਤਮਿਕ ਮੌਤ ਲੈ ਬੈਠਦੀ ਹੈ, ਉਹਨਾਂ ਨੂੰ ਆਲਸ, ਆਤਮਿਕ ਮੌਤ, ਪਾਪਾਂ ਦੀ ਨੀਂਦ ਵਿੱਚ ਨੈਣੋ ਨੀਂਦ, ਪ੍ਰਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਨਿੰਦ ਵਿਚਾਰ। ਸੁਨਿੰਦਾ ਸੁਣ ਕੇ ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਹ ਆਤਮਿਕ ਮੌਤ ਨਿੰਦਕਾਂ ਨੂੰ ਲੈ ਬੈਠਦੀ ਹੈ ਜੀ। ਉਸਕਾ ਕਹਿਆ ਕੋਏ ਨਾ ਸੁਣਈ, ਕਹੀਂ ਨਾ ਬੈਸਣ ਪਾਵੈ। ਇਹਾਂ ਦੁਖ ਆਗੈ ਨਰਕ ਪੁੰਚੈ, ਬਹੁ ਜੋਨੀ ਪਰਮਾਵੈ। ਨਿੰਦਕਾਂ ਦਾ ਕੌਣ ਸੁਣਦਾ? ਕੋਈ ਨਹੀਂ ਸੁਣਦਾ। ਮਹਾਰਾਜ ਜੀ ਕਹਿੰਦੇ ਨਹੀਂ ਸੁਣਿਆ ਗਿਆ। ਉਸਕਾ ਕਹਿਆ ਕੋਈ ਨਾ ਸੁਣਣੀ। ਤੁਸੀਂ ਹੈਰਾਨ ਹੋਵੋਗੇ ਜਦ ਬਾਬਾ ਬੁੱਢਾ ਜੀ ਹੋਰਾਂ ਨੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਹੁਕਮ ਮੰਨਿਆ। ਗੁਰੂ ਰਾਮਦਾਸ ਜੀ ਨੇ ਕਿਹਾ ਕਿ ਹੁਣ ਅੱਗੇ ਜੇ ਕੋਈ ਵਾਰਿਸ ਹੈ ਫਿਰ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜੁਨ ਮਾਹੇ ਤਰੀ। ਗੁਰੂ ਅਰਜੁਨ ਸਾਹਿਬ ਜੀ ਨੂੰ ਜਿਸ ਵੇਲੇ ਰਸਮ ਕੀਤੀ ਗਈ ਨਾ ਦਸਤਾਰਬੰਦੀ ਦੀ, ਤਿਲਕ ਦੀ, ਤੇ ਉਸ ਵੇਲੇ ਪ੍ਰਿਥੀ ਚੰਦ ਦਸਤਾਰ ਖੋਹ ਕੇ ਲੈ ਗਿਆ ਸੀ ਭਰੇ ਦਰਬਾਰ ਦੇ ਵਿੱਚੋਂ। ਬੇਵਕੀਲੀ ਕੀਤੀ ਸੀ, ਬੇਪੱਤੀ ਕੀਤੀ ਸੀ। ਉਹ ਸੋਚਦਾ ਸੀ ਇੱਜ਼ਤ ਰੁਲ ਜਾਏ ਗੁਰੂ ਅਰਜੁਨ ਸਾਹਿਬ ਜੀ ਦੀ, ਮੈਂ ਹੀ ਗੁਰੂ ਹਾਂ, 6ਵਾਂ ਪੰਜਵਾਂ, ਹੋਰ ਕੋਈ ਨਹੀਂ ਹੋ ਸਕਦਾ, ਮੈਂ ਵੱਡਾ। ਪਰ ਗੁਰੂ ਰਾਮਦਾਸ ਜੀ ਕਹਿੰਦੇ ਇਵੇਂ ਤੇ ਪੀੜੀ ਕਦੀ ਨਹੀਂ ਚਲੀ ਗੁਰੂ ਨਾਨਕ ਸਾਹਿਬ ਦੇ ਘਰ ਦੀ, ਇਵੇਂ ਪੀੜੀ ਚੱਲ ਵੀ ਨਹੀਂ ਸਕਦੀ। ਇਹ ਕੋਈ ਵੰਸ਼ ਨਹੀਂ ਹੋ ਸਕਦੀ, ਧੱਕੇ ਨਾਲ ਕੋਈ ਖੋ ਕੇ ਨਹੀਂ ਲਿਜਾ ਸਕਦਾ। ਜਿਹਦੇ ਉੱਤੇ ਗੁਰੂ ਆਪ ਸਹਾਈ ਹੁੰਦਾ, ਜਿਸ ਦੇ ਉੱਤੇ ਨਦਰੇ ਇਨਾਇਤ ਹੁੰਦੀ ਹੈ, ਉਹਨੂੰ ਹੀ ਇਹ ਦਾਤ ਮਿਲਦੀ ਹੈ। ਤੇ ਬਾਬਾ ਬੁੱਢਾ ਜੀ, ਗੁਰੂ ਅਰਜੁਨ ਸਾਹਿਬ ਇਹ ਕਹਿੰਦੇ ਕੋਈ ਨਹੀਂ ਪ੍ਰਿਥੀ ਚੰਦ ਤੂੰ ਲੈ ਜਾ, ਭਾਵੇਂ ਇਹ ਤੇਰੇ ਵਾਸਤੇ ਕੱਪੜਾ ਹੀ ਹੋਏਗਾ, ਪਰ ਜਿਹੜੀ ਹੁਣ ਅਸੀਂ ਬਣ ਦਾਂਗੇ ਦੁਬਾਰਾ ਫਿਰ ਉਹੀ ਦਸਤਾਰ ਹੈ ਗੁਰਤਾ ਗੱਦੀ ਦੀ, ਇਹ ਬਾਹਰ ਲੈ ਜਾ ਕੇ ਤੇਰੇ ਲਈ ਕੱਪੜਾ ਹੀ ਹੈ, ਇਹ ਤੇਰੇ ਲਈ ਤੁੱਛ ਹੀ ਹੈ। ਇਹੀ ਮਹਾਰਾਜ ਜੀ ਕਹਿੰਦੇ ਜਿਹੜੇ ਨਿੰਦਕ ਨੇ ਨਾ ਉਹ ਆਪਣਾ ਵਾਹ ਜ਼ੋਰ ਲਾ ਲੈਂਦੇ ਆ। ਤੇ ਸਾਹਿਬ ਜੀ ਅੱਗੇ ਕਹਿੰਦੇ ਉਸਕਾ ਕਿਹਾ ਕੋਈ ਨਾ ਸੁਣੀ। ਬੜਾ ਰੌਲਾ ਪਾਇਆ। ਇੱਥੋਂ ਤੱਕ ਜਾ ਕੇ ਫਿਰ ਪੁਤਲੀ ਘਰ ਦੇ ਵਿੱਚ ਜਿੱਥੇ ਥਾਂ ਹੈ ਗੁਰੂ ਅਰਜੁਨ ਸਾਹਿਬ ਜੀ ਦਾ ਬਣਾਇਆ ਗੁਰਦੁਆਰਾ ਸਾਹਿਬ ਹੈ, ਬਿਲਕੁਲ ਪੁਤਲੀ ਘਰ ਬਾਜ਼ਾਰ ਸੱਜੇ ਪਾਸੇ, ਖੱਬੇ ਪਾਸੇ ਖਾਲਸਾ ਕਾਲਜ ਤੋਂ ਪਹਿਲਾਂ ਰੋਡ ਤੇ। ਉੱਥੇ ਬਹਿ ਗਿਆ ਤੇ ਜਿਹੜੀ ਲਾਹੌਰ ਤੋਂ ਸੰਗਤ ਆਉਂਦੀ ਹੈ ਲਹਿੰਦੇ ਤੋਂ, ਉੱਥੇ ਬਹਿ ਕੇ ਮੰਜਾ ਡਾ ਕੇ ਬਹਿ ਗਿਆ ਕਿ ਇੱਥੇ ਸਾਰੀ ਤੁਸੀਂ ਸੇਵਾ ਰੱਖ ਦਿਓ, ਸਾਰਾ ਦਸਵੰਧ ਇੱਥੇ ਮੱਥਾ ਟੇਕ ਕੇ ਜਾਓ, ਅੱਗੇ ਨਹੀਂ ਜਾਣਾ। ਗੁਰੂ ਅਰਜੁਨ ਸਾਹਿਬ ਤੱਕ ਤੇ ਦਸਵੰਧ ਪਹੁੰਚਣ ਹੀ ਨਹੀਂ ਦਿੱਤਾ ਸਿੱਖਾਂ ਦਾ। ਫਿਰ ਬਾਬਾ ਬੁੱਢਾ ਜਿਸ ਵੇਲੇ ਸਰਫੇ ਦਾ ਪ੍ਰਸ਼ਾਦਾ ਦੇਖਿਆ ਗੁਰੂ ਅਰਜੁਨ ਸਾਹਿਬ ਨੂੰ ਛਕਦੇ ਹੋਏ ਨਾ, ਬਾਬਾ ਬੁੱਢਾ ਜੀ, ਭਾਈ ਗੁਰਦਾਸ, ਕਿਉਂਕਿ ਇਹ ਪ੍ਰਚਾਰ ਦੌਰਿਆਂ 'ਤੇ ਰਹੇ ਨੇ, ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਪ੍ਰਚਾਰ 'ਤੇ ਭੇਜਿਆ, ਬਾਬਾ ਬੁੱਢਾ ਜੀ ਨੂੰ ਭੇਜਿਆ। ਜਦ ਇਹ ਵਾਪਸ ਆਏ ਹੈਰਾਨ ਹੋਏ ਇਹ ਕੀ ਹੋ ਗਿਆ। ਫਿਰ ਮਾਤਾ ਜੀ ਨੇ ਕਿਹਾ ਇਸ ਤਰ੍ਹਾਂ ਕੀਤਾ ਪ੍ਰਿਥੀ ਚੰਦ ਨੇ, ਫਿਰ ਉਹ ਆਪ ਪਹਿਰਾ ਲਾ ਕੇ ਬੈਠੇ ਨੇ ਉਸ ਥਾਂ 'ਤੇ। ਇਸ ਕਰਕੇ ਮਹਾਰਾਜ ਕਹਿੰਦੇ ਉਸਕਾ ਕਹਿਆ ਕੋਈ ਨਾ ਸੁਣੀ, ਕਹੀ ਨਾ ਬੈਸਣ ਪਾਵੈ। ਔਰ ਅੱਜ ਅਸੀਂ ਪੜ੍ਹਦੇ ਹਾਂ ਅੱਜ ਪ੍ਰਿਥੀ ਚੰਦ ਦੀ ਕਿਹੜੀ ਸ਼ੋਭਾ ਹੈ, ਪਰ ਮਹਾਰਾਜ ਜੀ ਦਾ ਜਿਹੜੀ ਸ਼ੋਭਾ ਹੈ ਉਗਵਣੋਂ ਤੇ ਆਥਵਣੋਂ, ਜਿੱਥੋਂ ਸੂਰਜ ਉਗਦਾ ਹੈ ਤੇ ਜਿੱਥੇ ਜਾ ਕੇ ਢਲਦਾ ਹੈ। ਕਹਿੰਦੇ ਸਤਿਗੁਰ ਕਾ ਖਿਵੈ ਚੰਦੋਆ। ਗੁਰੂ ਅਰਜਨ ਸਾਹਿਬ ਦੀ ਸ਼ੋਭਾ ਇੰਨੀ ਹੈ ਤੇ ਰਹਿਣ ਵਾਲੀ ਹੈ। ਤੇ ਨਿੰਦਕਾਂ ਦਾ ਹਾਲ ਹੈ ਉਸਕਾ ਕਿਹਾ ਕੋਈ ਨਾ ਸੁਣੀ, ਕਹੀਂ ਨਾ ਬੈਸਣ ਪਾਵੈ। ਉਹਨੂੰ ਕਿੱਥੇ ਬਹਿਣ ਦੀ ਥਾਂ ਨਹੀਂ ਹੈ, ਇੱਥੇ ਨਹੀਂ ਹੈ, ਦਰਗਾਹ ਕਿੱਥੇ ਮਿਲਣੀ। ਇਹਾਂ ਦੁੱਖ ਆਗੈ ਨਰਕ ਪੁੰਚੈ, ਬਹੁ ਜੋਨੀ ਭਰਮਾਵੈ। ਬਸ ਜੋਨਾਂ 'ਚ ਹੀ ਭਰਮਦੇ ਨੇ ਜੀ। ਪ੍ਰਗਟ ਭਇਆ ਖੰਡੀ ਬ੍ਰਹਮੰਡੀ, ਕੀਤਾ ਆਪਣਾ ਪਾਇਆ। ਨਾਨਕ ਸ਼ਰਨ ਨਿਰਭਉ ਕਰਤੇ ਕੀ, ਆਨੰਦ ਮੰਗਲ ਗੁਣ ਗਾਇਆ। ਬੰਦਗੀ ਕਰਨ ਵਾਲਾ ਪ੍ਰਗਟ ਭਇਆ ਖੰਡੀ ਬ੍ਰਹਮੰਡੀ, ਇਹ ਬੰਦਗੀ ਕਰਕੇ ਪ੍ਰਗਟ ਹੁੰਦਾ ਹੈ। ਤੇ ਨਿੰਦਾ ਕਰਨ ਵਾਲਾ ਨਿੰਦਕ ਦੇ ਰੂਪ ਦੇ ਵਿੱਚ ਮਨਮੁਖਾਂ ਦਾ ਸੁਭਾਅ ਜਿਹੜਾ ਹੈ ਨਾ, ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੈ ਕੀ ਨਾ ਹੈ। ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਉਹ ਸਾਰੇ ਪਾਸੇ ਅਸੀਂ ਕਹੀਏ ਜੇ ਅਸੀਂ ਇੱਥੇ ਬੈਠੇ ਹਾਂ, ਇੱਥੇ ਲੋਕ ਸਾਨੂੰ ਬਦਨਾਮੀ ਕਰਕੇ ਜਾਣਦੇ ਹਾਂ, ਅਸੀਂ ਉੱਠ ਕੇ ਕਿੱਥੇ ਚਲੇ ਜਾਂਦੇ ਹਾਂ, ਉੱਥੇ ਸਾਡੀ ਸ਼ੋਭਾ ਹੋ ਜਾਏਗੀ।
बस वो जिहड़ा पंजाबी का वाक्य ना कि भाई जो पिशौर 'च उही लाहौर 'च उही हाल है, जे उत्थे इवें दा ते इत्थे भी इवें दा। महाराज कहते जे इत्थे असीं बैठे निंदक हाँ किते होर जाके कहांगे साडी शोभा हो जाएगी। महाराज कहते कि प्रगट भया खंडी ब्रह्मंडी कीता अपना पाया, उत्थे भी निंदक ते इत्थे भी निंदक, इत्थे धरती ते भी ते रब की दरगाह 'च भी निंदक। नानक शरण निरभौ करते की आनंद मंगल गुण गाया। जिन्हें प्रभु की शरण पढ़ी है उन्हें आनंद रूप दे विच प्रभु के गिण गाए। अज का हुक्मनामा पढ़ लियो, हर जन राम नाम गुण गावै, जे कोई निंद करे हर जन की अपना गुण ना गवावै। निंदक करने वाला बखीली दे विच जीवन बतीत करता है, पर प्रभु का जन जिहड़ा है वो प्रभु के गुण गा के आनंद माणदा है जी। सारंग महला पंजवा, तृष्णा चलत बहु प्रकार, पूरन होत न कतहूँ बात हैं, अंत प्रतिहार रहाऊ। गुरु अर्जुन साहब कहते साढ़े भुलेखे ने कि असी अपने दुनिया के कारज पूरे कर लांगे, कोई पूਰਨ करके नहीं जाता। जीवन खत्म हो जाता है, कारज इत्थे ही रह जाएंगे। असी सोचिए खरे ये मिल जाए, ये काम हो जाए तो फिर असी सुखी सांदी बह जाएंगे, जे ये कारज हो जाए तो फिर सानू सुख मिल जाएगा। महाराज कहते ये भुलेखा तो मन चो पहले दिन तो कढ़ दो कि ये कदी नहीं कि ये हो जाएगा तो सानू सुख ना। ये भी बचन बाणी च है, जां कुवारी तां चाओ वे वाही तां मामले। ये भी बाणी च बंदा कहता चलो अज कुछ नहीं है, कल नूं हो जाएगा तो फिर असी सुख नाल बह जाएंगे। महाराज कहते मामले ही पेंदे आ अगे, जां कुवारी तां चाओ वे वाही तां मामले। अगे कहते अगे जाके होर मामले ही ने, फिर सदा ही चलंत है। यही महाराज इस शब्द च कहते हैं मन की तृष्णा जे बुझनी है ना, वो इत्थे एक खिंद दे विच एक दम दे विच भी बुझा सकते हैं। जे असी कहिए कि नहीं जी पहला वो होएगा उवें होएगा फिर साडे मन नूं आराम तरवास, साहिब जी कहते नहीं, जीवन खत्म हो जाएगा पर ये तृष्णा का गेड़ नहीं मुकण वाला। सारंग महला पंजवा, तृष्णा चलत बहु प्रकार। इहदा मतलब गुरु अर्जुन साहब कह रहे कि तृष्णा अपना काम करी जा रही है, उन्हें टिक के नहीं बहना। गुरु के सिखा तू अपना काम करी जा, तृष्णा विच होंदियां भी तू प्रभु का नाम ना छड़। वो अपना काम कर रही है, तू अपना काम कर। ये बहु प्रकार तृष्णा मन नूं चिंबड़ी है, पूर्ण होत ना कतहूँ बातें। किसी गल तो तृष्णा मुकदी नहीं। भाव कि बंदा कहे मेरे काम बस मैं पूरे कर ला, महाराज कहते कदी पूरे नहीं होने काम। भावें कोई कहे मैं पोते भी, मैं दोते भी, मैं पड़पोतरे भी करके जा, महाराज कहते तां भी तेरे अंदर काम पूरे नहीं होने। पूर्ण होत ना कतहूँ बातें, अंत प्रतिहार। तृष्णा फिर चिंबड़ी हुई है तो मौत आके चिंबड़ जाती है। बंदा ही हारदा है पर तृष्णा नहीं हारदी, एक काम नहीं खत्म होंदे रहा। ओ शांत सुख न सहज उपजै, यह इस व्यवहार, आप पर का कछ न जाने, काम क्रोध है जार। फिर बंदा कहता चलो ये कारज होएगा तो फिर किथे घड़ी बैठ के बंदगी कर लांगे, किथे गुरु नूं ध्या लांगे, गुरु वाले हो जाएंगे। पर गुरु अर्जुन साहब कहते ये शांत सुख ते सहज ये वो दूर दियां बातां नहीं हैगियां, ये तो नाल ही अज ही शुरू करना पेगा। ये भुलेखा छड्ड दिए कि ये कारज हो जाएगा तो फिर देखांगे उस तो बाद ना। शांत सुख न सहज उपजै, ये अज नहीं है तो फिर अज तो जे 5-10 साल बाद सोचा ना कि चलो जी अज जाने उत्थे 2026 तक थोड़ा बहुता सैट होएगा तो फिर अगे देखांगे। महाराज कहते जे अज शांत सहज सुख नहीं तो फिर 2026 च भी कुछ नहीं, फिर 2030 च भी कुछ नहीं। जो अज है तो अज ही है। इस करके शांत सहज ना सुख, शांत सुख ना सहज उपजै, यह इस व्यवहार, यदा व्यवहार यही है। अज भी उवें तो कल भी उवें। आप पर का कछ ना जाना, काम क्रोध है जार। जिस दिन ये सिर ते चढ़ जाती है, जमिया होया जिस तो जमे होंदे उन्होंने भी घरों बाहर कढ़ देंगे असी। जिस दिन ये सिर ते चढ़ जाती, जिस दिन इन्हें सानू अन्ना कर देना, फिर अपना पराया ये कुछ नहीं। सिर ते काम क्रोध ते जार, कहते इहदा जहर, भाव जार तो वैसे जर नूं क्या, दौलत नूं क्या, वैसे इत्थे जार का मतलब है साड़ना। यदि अग सानू साड़ की रहेगी, अपने पराए की पछाण नहीं करन देती जी। संसार सागर दुख व्यापे हो, दास ले वो तार, चरण कमल शरणाए नानक, सद सदा बलहार।
ਇਹ ਅਰਦਾਸ ਦੀ ਤੁਕ ਹੈ। ਸੱਚੇ ਪਾਤਸ਼ਾਹ ਤੁਸੀਂ ਰੱਖ ਲਿਓ, ਆਪ ਹੀ ਬਚਾ ਲਓ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਸੰਸਾਰ ਸਾਗਰ ਦੁੱਖ ਵਿਆਪਿਓ, ਦੁੱਖਾਂ ਦੇ ਵਿੱਚ ਆ। ਦਾਸ ਲੇਵੋ ਤਾਰ, ਦਾਸ ਬਣ ਕੇ ਆਇਆ। ਮੋਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ। ਜਗਨਨਾਥਾ ਤੁਸੀਂ ਆਪ ਰੱਖ ਲਓ, ਕਿਰਪਾ ਕਰੋ। ਸੱਚੇ ਪਾਤਸ਼ਾਹ ਜੀਓ ਦਾਸ ਬਣ ਕੇ ਆਇਆ, ਤੁਸੀਂ ਤਾਰ ਲਓ। ਚਰਨ ਕਮਲ ਸ਼ਰਣਾਏ ਨਾਨਕ, ਸਦਾ ਸਦ ਸਦਾ ਬਲਹਾਰ। ਤੁਹਾਡੀ ਸ਼ਰਨ ਦੇ ਵਿੱਚ ਹੀ ਸੁੱਖ ਹੈ, ਅਤੇ ਤੁਹਾਡੇ ਸ਼ਬਦ ਤੋਂ, ਤੁਹਾਡੀ ਦਾਤ ਤੋਂ, ਤੁਹਾਡੇ ਗਿਆਨ ਤੋਂ, ਤੁਹਾਡੀ ਹੋਂਦ ਤੋਂ, ਤੁਹਾਡੀ ਕਿਰਪਾ ਤੋਂ, ਤੁਹਾਡੀ ਬਖਸ਼ੀਸ਼ ਤੋਂ, ਤੁਹਾਡੇ ਤਰਸ ਤੋਂ, ਤੁਹਾਡੀ ਕਰੁਣਾ ਤੋਂ ਅਸੀਂ ਬਲਹਾਰ ਜਾਂਦੇ ਹਾਂ ਕਿ ਤੁਸੀਂ ਸਾਡੇ ਪਾਪੀ ਨੂੰ ਵੀ ਆਪਣੀ ਸ਼ਰਨ ਵਿੱਚ ਰੱਖ ਲਿਆ। ਬਾਕੀ ਕੱਲ੍ਹ ਇਹ ਲੜੀ ਚਲੰਤੀ ਰਹੇਗੀ, ਅੱਗੇ ਵੀ ਇਹ ਸਾਰੇ ਸ਼ਬਦ ਕਿ ਅਸੀਂ ਜਾਗ ਜੀ, ਅੱਜ ਹੀ ਜਾਗੀਏ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭੌਜਲ ਫੇਰਾ। ਇਹੀ ਸ਼ਬਦ ਦੇ ਸਾਰਿਆਂ ਦੀ ਸਾਰ ਹੈ। ਇੱਥੇ ਸਮੇਂ ਦੀ ਸਮਾਪਤੀ ਆ। ਆਪ ਸਾਰੀਆਂ ਸੰਗਤਾਂ ਨੂੰ ਇਸਤਕਬਾਲ ਹੈ। ਸਭ ਤੋਂ ਜ਼ਿਆਦਾ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸੱਚੇ ਪਾਤਸ਼ਾਹ ਜੀ ਦਾ ਕਰੋੜਾਂ ਵਾਰੀ ਸ਼ੁਕਰਾਨਾ। ਆਪ ਸੰਗਤ ਦਾ ਧੰਨਵਾਦ। ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਦਾ ਧੰਨਵਾਦ। ਸਾਰੇ ਕਾਰਜ ਸੱਚੇ ਪਾਤਸ਼ਾਹ ਜੀ ਆਪ ਹੀ ਕਰਾ ਰਹੇ ਨੇ, ਆਪ ਹੀ ਕਰਾਉਣ, ਇਹ ਕਾਰਜ ਸੰਪੂਰਨ ਹੋਣ। ਅੱਗੇ ਇਹ ਨਾ ਸੋਚੋ ਕਿ ਅੱਗੇ ਕੀ ਕਰਨਾ, ਕਿ ਬਹੁਤ ਕੁਛ ਪਿਆ ਜੇ, ਬੜਾ ਖਜ਼ਾਨਾ ਪਿਆ ਹੋਇਆ ਜਾਣਨ ਵਾਲਾ। ਇਹ ਮਨ 'ਚ ਕਦੀ ਨਹੀਂ ਲਿਆਉਣਾ ਕਿ ਅਸੀਂ ਪੂਰੇ ਹੋ ਗਏ ਹਾਂ, ਕਿ ਕਰ ਲਿਆ, ਲਓ ਜੀ ਹੁਣ ਨਿਬੜ ਗਿਆ। ਇਹ ਜੀਵਨ ਕਈ ਲੱਗ ਜਾਣਗੇ ਤਾਂ ਵੀ ਸੰਪੂਰਨ ਨਹੀਂ ਅਸੀਂ ਜਾਣ ਸਕਦੇ। ਬਸ ਇਹ ਤਾਂ ਸਮੁੰਦਰ ਵਿੱਚੋਂ ਇੱਕ ਬੂੰਦ ਦੀ ਅਸੀਂ ਦਾਤ ਹੀ ਮੰਗੀਏ। ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।